ਅੱਜ ਦੀ ਡੇਟ 'ਚ ਕਾਮ ਬਹੁਤ ਭਾਰੀ ਹੈ ਲੋਕਾਂ ਤੇ, ਕਾਮ ਤੇ ਲੋ है ना। जिमें कोई इंसान बूढ़ा भी हो जाए, बजुर्ग हो जाता, उसकी एज है 70 80 है ना, बट उसकी जी वासना हमेशा बच्ची रही है। सो ये काम इन्ना वो क्यों है लोगों का, लोगों को क्यों इनलाइटमेंट, मतलब जिमें जिमें हुण तुहाडी एज तुहाडी 27 ईयर्स का तुहानूं एक्सपीरियंस है दुनियादारी का, उन्होंने तो 70 साल का एक्सपीरियंस हो गया, फिर भी उनकी अवेकनिंग नहीं हुई, क्यों उन्होंने काम इन्ना ज़्यादा उजागर रहिंदा हैगा। ਉਹਦੀ ਡੈਫੀਸ਼ੀਐਂਸੀ ਕਰਕੇ ਜੋ ਵੀ ਦਿੱਕਤ ਆਊਗੀ ਉਹਨੂੰ ਲਾਈਫ ਦੇ ਵਿੱਚ ਫੇਸ ਕਰਨੀ ਪਊਗੀ। ਇਹ ਤੋਂ ਚੰਗਾ ਉਹ 30 ਕੁ ਰੁਪਏ ਦਾ ਜਿਹੜਾ ਕੈਪਸੂਲ ਆਉਂਦਾ ਨਾ, ਉਹ ਖਾ ਕੇ ਫਿਰ ਕੰਮ ਕਰਨ ਲੱਗ ਜਾਏ ਨਾ, ਉਹਦੀ ਲਾਈਫ ਜ਼ਿਆਦਾ ਬੈਟਰ ਹੋ ਜਾਏਗੀ। ਇੱਕ ਸਾਈਕਿਕ ਰੀਡਰ ਉਹੀ ਕਾਰਡ ਪਿਕ ਕਰਦਾ ਜਿਹੜਾ ਉਹਦੀ ਲਾਈਫ ਦੇ ਵਿੱਚ ਸੀਨ ਚੱਲਦਾ ਪਿਆ, ਕਿ ਤੁਸੀਂ ਆਪਣੀ એનર્ਜੀਜ਼ ਨੂੰ ਬੈਲੈਂਸ ਕਰਕੇ ਅਗਰ ਕੋਈ ਚੀਜ਼ ਕਰਦੇ ਹੋ ਨਾ, ਸੈਕਸ ਦੇ ਕਰਕੇ ਤਾਂ ਤੁਸੀਂ ਪੈਦਾ ਹੋਏ ਹੋ, ਸੈਕਸ ਕਰਕੇ ਮੈਂ ਪੈਦਾ ਹੋਇਆ, ਜਿੰਨੇ ਵੀ ਵਿਊਅਰਸ ਦੇਖ ਰਹੇ ਹੋ ਵੀ ਇਸੇ ਕਰਕੇ ਪੈਦਾ ਹੋਏ ਨੇ। इन्हां चीज़ों च बिलीव करते कि नग पा ले ते असीं सक्सैस हो जाइए लाइफ च, है ना। ਫੀਸ ਮੇਰੀ 11 ਰੁਪਏ ਤੋਂ ਸਟਾਰਟ ਹੋਈ ਸੀਗੀ ਪਹਿਲਾਂ, ਕਿਉਂਕਿ ਲੋਕਾਂ ਨੂੰ ਉਦੋਂ ਬਿਲੀਫ ਨਹੀਂ ਹੁੰਦਾ ਸੀਗਾ। ਜਿਵੇਂ ਆਪਾਂ ਨੂੰ ਪਤਾ ਆਪਣਾ 5 ਤੱਤਵ ਦਾ ਸਰੀਰ ਹੈ, 5 ਤੱਤਵ ਵੀ ਆਸ-ਪਾਸ ਨੇ ਆਪਣੇ। ਉਹ 5 ਤੱਤਵ ਜਿਹੜੇ ਆਸ-ਪਾਸ ਨੇ, ਅਗਰ ਉਹ ਸਾਡੇ ਬਾਡੀ ਦੇ ਨਾਲ ਬੈਲੈਂਸਡ ਵੇ ਦੇ ਵਿੱਚ ਨਹੀਂ ਹੋਣਗੇ ਨਾ, ਤੇ ਸਾਨੂੰ ਕੋਈ ਨਾ ਕੋਈ ਇਸ਼ੂਜ਼ ਆਣਗੇ ਲਾਈਫ 'ਚ। ਜੋ ਮੈਨੂੰ ਡ੍ਰੀਮ ਆਇਆ ਸੀਗਾ ਉਹਦੇ ਵਿੱਚ ਕਿ ਦਾਦੀ ਦੀ ਜਿਵੇਂ ਡੈਥ ਹੋ ਰਹੀ ਹੈ, ਆਸ-ਪਾਸ ਸਾਰੇ ਖੜੇ ਨੇ, ਮੇਰੇ ਫਾਦਰ ਖੜੇ ਨੇ, ਮੇਰੇ ਤਾਇਆ ਜੀ ਖੜੇ ਨੇ, ਸਾਰੇ ਉਹਨਾਂ ਨੂੰ ਫੜ ਰਹੇ ਨੇ, ਤੇ ਉਹਨਾਂ ਦੀ ਹੌਲੀ-ਹੌਲੀ ਜਾਨ ਨਿਕਲਦੀ ਪਈ ਹੈ, ਪੈਰਾਂ 'ਚੋਂ ਨਿਕਲਦੀ ਪਈ ਹੈ, ਅੱਖਾਂ ਖੜ ਗਈਆਂ ਪਹਿਲੀਆਂ। ਉਹ ਸਾਰੀਆਂ ਚੀਜ਼ਾਂ ਨੇ ਨਾ ਇੱਕ ਅੰਦਰੋਂ ਦੀ ਹਿਲਾ ਦਿੱਤਾ ਕਿ ਐਂ ਲੱਗਾ ਕਿ ਯਾਰ ਸਾਰਾ ਕੁਝ ਹੀ ਟੈਂਪਰੇਰੀ ਹੈ ਯਾਰ, ਜੋ ਵੀ ਤੁਸੀਂ ਆ ਕਰਦੇ ਪਿਓ ਹੈਗਾ ਤਾਂ ਟੈਂਪਰੇਰੀ ਹੈ। ਪਤਾ ਨਹੀਂ ਕਿਹੜੇ ਡਾਇਮੈਂਸ਼ਨ 'ਚ ਇਸ ਟਾਈਮ ਬੈਠੇ ਨੇ। ਡੈਥ ਮੇਰੇ ਦਿਮਾਗ 'ਚ ਉਦੋਂ ਫਿੱਟ ਹੋ ਗਈ ਕਿ ਡੈਥ ਤਾਂ ਆਣੀ ਹੀ ਆਣੀ ਹੈ। ਇਸ ਤੋਂ ਪਹਿਲਾਂ ਕੁਝ ਪਰਮਾਨੈਂਟ ਸਿਸਟਮ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਨਾ, ਉਹ ਕਰੀਏ। ਜਨਮਾਂ ਤੋਂ ਖਾਂਦੇ ਪਏ ਹਾਂ, ਜਨਮਾਂ ਤੋਂ ਕੁਝ ਫਿਜ਼ੀਕਲ ਵੀ ਹੁੰਦੇ ਪਏ ਹਾਂ, ਜਨਮਾਂ ਤੋਂ ਵਿਆਹ ਵੀ ਕੀਤਾ ਹੋਣਾ, ਗੱਡੀਆਂ ਵੀ ਲਿੱਤੀਆਂ ਹੋਣੀਆਂ, ਪਤਾ ਹੀ ਨਹੀਂ ਕਿਹੜੇ ਜ਼ਮਾਨਿਆਂ ਤੋਂ ਆਪਾਂ ਤੁਰਦੇ ਪਏ ਹਾਂ। ਹੁਣ ਵੀ ਜੇ ਉਹ ਕਰਕੇ ਚਲੇ ਗਏ ਨਾ, ਫਿਰ ਜਾਨਵਰ ਤੇ ਮੇਰੇ 'ਚ ਕੋਈ ਫਰਕ ਨਹੀਂ ਹੋਏਗਾ। ਸਵਯੰ ਦਾ ਅਰਥ ਸਮਝਣ ਵਾਲਾ ਹੁੰਦਾ ਸਵਾਰਥੀ, ਬਿਲਕੁਲ ਹੈ। ਅਗਰ ਸਵਯੰ ਦਾ ਅਰਥ ਜਾਣਨਾ ਸਵਾਰਥੀ ਹੈ ਤੇ ਸੈਲਫਿਸ਼ ਇੰਗਲਿਸ਼ 'ਚ ਨਾ ਸਵਾਰਥੀ ਹੋਣਾ ਬਹੁਤ ਵਧੀਆ। ਅਗਰ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦੇ ਨਾ, ਦੂਸਰੇ ਨੂੰ ਪਿਆਰ ਕਰ ਹੀ ਨਹੀਂ ਸਕਦੇ। ਨੇ ਮੈਡੀਟੇਸ਼ਨ ਦਾ ਮਤਲਬ ਹੈ ਚਿੰਨ ਮੁਦਰਾ 'ਚ ਬੈਠ ਜਾਓ, ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ, ਦਿਮਾਗ ਸੋਚਾਂ ਕਿਤੇ ਹੋਰ ਹੋਣਗੀਆਂ, ਬੈਠਾ ਹੋਏਗਾ ਬਸ ਚੌਂਕੜੀ ਮਾਰ ਕੇ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। शिव समा रहे हैं मुझ में और मैं शून्य हो रहा हूँ, इनका भी यही मतलब है। एक चिड़ी उठती है सवेरे, उनका है कि कीड़े लभो या दाने लभो, वो दाने लिया के अपने उनके पा लेंदी घोंसले ते नाल अगों प्रोड्यूस करदी, अंडे दिंदी है, चलो जी उनका वधिया, एक दिन उन्हें भी मर जाना। तुसी भी एज अ इंसान उही करदे पिओ, सवेरे उठदे हो, नौकरी जांदे हो, खांदे पींदे हो, काम करदे हो, विआह कर दिंदे हो, उस तो बाद बच्चे पैदा करदे हो, घर बनांदे हो, तो ठीक है। फिर चिड़ी ते तुहाडे च फर्क की होया? ਤੇ ਆਪਣੀ ਐਕਸਪੈਂਡਡ ਕੌਨਸ਼ੀਅਸਨੈਸ ਨੂੰ ਆਪਾਂ ਯੂਟੀਲਾਈਜ਼ ਕਿੱਥੇ ਕੀਤਾ, ਉਸੇ ਜੀਵਨ 'ਚ ਅਗਰ ਯੂਟੀਲਾਈਜ਼ ਕਰਕੇ ਜਾਵਾਂਗੇ ਜਿਵੇਂ ਦਾ ਚਿੜੀ ਕੁੱਤਾ ਕਰ ਰਿਹਾ, ਫਿਰ ਆਪਾਂ ਕੁੱਤੇ ਬਿੱਲੀ ਵਰਗੇ ਹੀ ਹੋਏ। ਫਿਰ ਫਾਇਦਾ ਕੀ ਹੋਇਆ ਇਸ ਹਿਊਮਨ ਬਰਥ ਦਾ। सत श्री अकाल जी सारिਆਂ ਨੂੰ, मैं हाँ तुहाडी अपनी राधिका शर्मा ते पंजाब 24 ਤੇ करदी हाँ निੱਘਾ स्वागत। ਅੱਜ ਦੀ ਘੜੀ ਵਿੱਚ ਹਰ ਇਨਸਾਨ ਆਪਣੀ ਲਾਈਫ ਦੇ ਵਿੱਚ ਇੰਨਾ ਬਿਜ਼ੀ ਹੈ ਤੇ ਸਕੂਨ ਕਿਧਰੇ ਨਾ ਕਿਧਰੇ ਖੋ ਗਿਆ ਹੈ, ਤੇ ਲੱਭਦੇ ਨੇ ਕਿ ਸਕੂਨ ਕਿੱਥੇ ਆ। ਸੋ ਪੈਸੇ ਦੀ ਦੌੜ ਵਿੱਚ ਭੱਜ ਕੇ ਅਸੀਂ ਸਕੂਨ ਕਿਧਰੇ ਗਵਾ ਲਿਆ। ਸੋ ਆਓ ਤੁਹਾਨੂੰ ਸਕੂਨ ਦੀ ਦੁਨੀਆ ਦੇ ਵਿੱਚ ਲੈ ਕੇ ਚੱਲੀਏ ਤੇ ਗੱਲਬਾਤ ਕਰਵਾਈਏ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਕਿਵੇਂ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਸਪਿਰਿਚੁਅਲ ਅਵੇਕਨਿੰਗ ਹੋਵੇਗੀ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੀਅਲ ਮੋਟਿਵ ਲਾਈਫ ਦਾ ਇਨਲਾਈਟਨਮੈਂਟ ਹੁੰਦਾ ਹੈ। ਕਹਿੰਦੇ ਨੇ ਕਿ ਆਪਣੇ 24 ਘੰਟਿਆਂ ਦੇ ਵਿੱਚੋਂ ਸਿਰਫ 1 ਘੰਟਾ ਪਰਮਾਤਮਾ ਨੂੰ ਦੇ ਦਿਓ, ਬਾਕੀ ਦੇ 23 ਘੰਟੇ ਪਰਮਾਤਮਾ ਨੇ ਆਪੇ ਤੁਹਾਡੇ ਸੋਹਣੇ ਬਣਾ ਦੇਣੇ ਨੇ। ਸੋ ਆਓ ਗੱਲਬਾਤ ਕਰਵਾਉਂਦੇ ਹਾਂ ਟੈਰੋ ਕਾਰਡ ਰੀਡਰ ਤੇ ਵਾਸਤੂ ਸ਼ਾਸਤਰ ਤੇ ਸਾਈਕਿਕ ਰੀਡਰ ਦੇ ਬਹੁਤ ਹੀ ਗ੍ਰੇਟ ਮੈਂ ਕਹਿ ਸਕਦੀ ਹਾਂ, ਕਿਉਂਕਿ ਮੈਂ ਉਹਨਾਂ ਦੀ ਬਹੁਤ ਤਗੜੀ ਫੈਨ ਹਾਂ। ਇਟਸ ਅ ਟੈਰੋ ਕਾਰਡ ਰੀਡਰ ਪਾਰਸ ਬਾਵਾ। ਆਓ ਗੱਲਬਾਤ ਕਰਵਾਈਏ ਜਿਹੜੇ ਤੁਹਾਡੀ ਸਪਿਰਿਚੁਅਲ ਅਵੇਕਨਿੰਗ ਵਿੱਚ ਹੈਲਪ ਕਰਨਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਆਪਣੀ ਇੰਟਰੋ ਦੇ ਦਿਓ ਇੱਕ ਵਾਰ ਆਪਣੇ ਆਪ। ਮੈਂ ਪਾਰਸ ਬਾਵਾ, ਟੈਰੋ ਰੀਡਰ, ਸਾਈਕਿਕ ਰੀਡਰ ਤੇ ਵਾਸਤੂ ਕੰਸਲਟੈਂਟ ਹਾਂ। ਮੇਰਾ ਜਿਹੜਾ ਟੈਰੋ ਰੀਡਿੰਗ ਦਾ ਸ਼ੁਰੂਆਤ ਹੋਈ ਹੈ ਕੋਈ ਕਮ ਸੇ ਕਮ ਅੱਜ ਤੋਂ ਲੈ ਕੇ 4 ਸਾਲ ਪਹਿਲਾਂ ਤੋਂ। ਐਂਡ ਰੇਕੀ ਹੀਲਿੰਗ ਵੀ ਮੈਂ ਸਿੱਖ ਲਈ, ਉਸ ਦੇ ਨਾਲ ਹੀ ਕ੍ਰਿਸਟਲ ਹੀਲਿੰਗ ਵੀ ਸਿੱਖ ਲਈ। ਉਹ ਸਾਰੇ ਕਨਸੈਪਟਸ ਦੇ ਨਾਲ ਆਪਾਂ ਇੱਕ ਹਿਊਮੈਨਿਟੀ ਨੂੰ ਥੋੜ੍ਹਾ ਜਿਹਾ ਸਪਿਰਿਚੁਅਲ ਪਾਥ ਤੇ ਉਹਨਾਂ ਦੀਆਂ ਜਿਹੜੀਆਂ ਪ੍ਰੈਜ਼ੈਂਟ ਪ੍ਰੋਬਲਮਸ ਹੈ ਉਹਨਾਂ ਨੂੰ ਠੀਕ ਕਰਨ ਦਾ ਆਪਾਂ ਸੋਲਿਊਸ਼ਨ ਫਾਈਂਡ ਆਊਟ ਕੀਤਾ ਹੈ। ਸਰ ਜਿਵੇਂ ਦੇਖਿਆ ਜਾਵੇ ਕਹਿਣਾ ਯਾਦ ਤੁਹਾਡੀ ਏਜ ਕਿੰਨੀ ਹੈ? ਮੇਰੀ 27 ਹੈ। ਓਕੇ 27 ਈਅਰਸ ਓਲਡ ਹੋ, ਹੈ ਨਾ। ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਜੇ ਪਰਮਾਤਮਾ ਨੂੰ ਮਿਲਣਾ ਪਤਾ ਨਹੀਂ ਕਿੰਨੇ ਜਨਮ ਸਾਨੂੰ ਗਵਾਉਣੇ ਪੈਂਦੇ ਨੇ, ਕਿੰਨੇ ਜਨਮ ਸਾਨੂੰ ਮੈਡੀਟੇਸ਼ਨ ਕਰਨੀ ਪੈਂਦੀ ਹੈ ਇਨਲਾਈਟਨ ਹੋਣ ਦੇ ਲਈ, ਹੈ ਨਾ। ਬਟ ਇਹ ਪਿਛਲੇ ਜਨਮਾਂ ਦਾ ਵੀ ਹਿਸਾਬ ਹੁੰਦਾ, ਤਾਂ ਹੀ ਇਸ ਜਨਮ ਅੱਗੇ ਸਾਨੂੰ ਪਤਾ ਲੱਗਦਾ। ਸੋ ਲੋਕ ਜਿਵੇਂ ਤੁਸੀਂ ਇੰਨੇ ਲੋਕਾਂ ਨੂੰ ਹੀਲ ਕਰ ਰਹੇ ਹੋ,
ਮੈਂ ਤੁਹਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੀ ਹਾਂ, ਬਹੁਤ ਤੇਰੇ ਲੋਕ ਤੁਹਾਡੇ ਫੈਨ ਫੋਲੋਇੰਗ ਹੈ, ਤਾਂ ਲੋਕ ਏਜ ਤੇ ਮੈਟਰ ਨਹੀਂ ਵੀ ਇੰਨਾ ਛੋਟੀ ਉਮਰ ਦੇ ਵਿੱਚ ਮੁੰਡਾ ਇੰਨਾ ਅਵੇਕਨਿੰਗ ਹੋ ਗਿਆ। ਪਿਛਲੇ ਜਨਮਾਂ ਤੋਂ ਚੱਲਦੇ ਆ ਰਹੇ ਹੋਵਾਂਗੇ ਤਾਂ ਹੀ ਸ਼ਾਇਦ ਇਸ ਵਾਰੀ ਥੋੜੀ ਜਲਦੀ ਹੋ ਗਈ। ਓਕੇ, ਯੈਸ। ਸੋ ਕਿੰਨੇ ਕੁ ਲੋਕਾਂ ਨੂੰ ਹੀਲ ਕਰ ਚੁੱਕੇ ਹੋ ਤੇ ਕਿੰਨਿਆਂ ਨੂੰ ਕਰ ਰਹੇ ਹੋ, ਕਿੰਨੀ ਕੁ ਪੋਜ਼ਿਟਿਵ ਵਾਈਬਸ ਤੁਹਾਨੂੰ ਮਿਲਦੀਆਂ ਇਹ ਲੋਕਾਂ ਤੋਂ? ਮੋਰ ਦੈਨ 3000 ਹੋ ਗਏ ਨੇ ਹੁਣ ਤਾਂ। ਮੋਰ ਦੈਨ 3000 ਹੀ ਹੋ ਗਿਆ। ਓਕੇ, ਸੋ ਜੇਕਰ ਤੁਸੀਂ ਮਾਈਂਡ ਨਾ ਕਰੋ, ਅੱਜ ਕੱਲ ਐਸਟਰੋ ਬਹੁਤ ਚੱਲ ਰਿਹਾ ਹੈ ਨਾ, ਇਹ ਟੈਰੋ ਕਾਰਡ ਰੀਡਰ ਬਹੁਤ ਲੋਕ ਇਹਨਾਂ ਦੇ ਫੈਨਸ ਹੈ, ਕਿਉਂਕਿ ਮੈਨੂੰ ਲੱਗਦਾ ਲੋਕ ਹਾਰਡ ਵਰਕਿੰਗ 'ਚ ਬਿਲੀਵ ਨਹੀਂ ਕਰਦੇ, ਲੋਕ ਇਹਨਾਂ ਚੀਜ਼ਾਂ 'ਚ ਬਿਲੀਵ ਕਰਦੇ ਕਿ ਨੱਗ ਪਾ ਲਏ ਤੇ ਅਸੀਂ ਸਕਸੈਸ ਹੋ ਜਾਈਏ ਲਾਈਫ 'ਚ, ਹੈ ਨਾ। ਬਟ ਆਈ ਥਿੰਕ ਹਾਰਡ ਵਰਕਿੰਗ ਇਜ਼ ਦ ਬੈਸਟ ਪੋਲਿਸੀ ਇਨ ਲਾਈਫ, ਹੈ ਨਾ। ਸੋ ਮਤਲਬ ਬਲਫ ਮਾਸਟਰਸ ਵੀ ਬਹੁਤ ਨੇ। ਸੋ ਤੁਹਾਡਾ ਕਿਸੇ ਕਸਟਮਰ ਨੂੰ ਲੱਗਿਆ ਇੱਦਾਂ, ਤੁਹਾਡੇ ਕਿਸੇ ਕਲਾਇੰਟ ਨੂੰ, ਹੈ ਨਾ, ਕਿ ਟੈਰੋ ਕਾਰਡ ਰੀਡਰ ਪਾਰਸ ਬਾਵਾ ਕਿ ਸਾਨੂੰ ਮਤਲਬ ਉਹਦੀ ਫੀਸ ਜ਼ਿਆਦਾ ਵਾ, ਕਦੀ ਕਿਸੇ ਨੇ ਇੱਦਾਂ ਕਿਹਾ ਵੀ ਸਰ ਤੁਹਾਡੀ ਫੀਸ ਜ਼ਿਆਦਾ ਤੇ ਮੈਂ ਗਰੀਬ ਹਾਂ, ਮੈਂ ਫੀਸ ਨਹੀਂ ਦੇ ਸਕਦਾ? ਫੀਸ ਮੇਰੀ 11 ਰੁਪਏ ਤੋਂ ਸਟਾਰਟ ਹੋਈ ਸੀਗੀ ਪਹਿਲਾਂ, ਕਿਉਂਕਿ ਲੋਕਾਂ ਨੂੰ ਉਦੋਂ ਬਿਲੀਫ ਨਹੀਂ ਹੁੰਦਾ ਸੀਗਾ। ਜਦੋਂ ਗੱਲ ਕਰਨ ਤੋਂ ਬਾਅਦ ਉਹਨਾਂ ਨੂੰ ਰਿਜ਼ਲਟ ਆਏ, ਫਿਰ 11 ਤੋਂ 99 ਕਰਤੀ, ਫਿਰ ਹੌਲੀ ਹੌਲੀ 199 ਹੋ ਗਈ, ਕਿਉਂਕਿ ਜਦੋਂ ਜ਼ਿਆਦਾ ਟ੍ਰੈਫਿਕ ਹੋ ਜਾਂਦਾ ਨਾ, ਫਿਰ ਆਪਣੇ ਕੋਲ ਵੀ ਨਹੀਂ ਉਹ ਸਾਰਿਆਂ ਨੂੰ ਆਨਸਰ ਦੇ ਪਾਇਆ ਹੁੰਦਾ ਨਾ, ਮਤਲਬ, ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਇਨਕਰੀਜ਼ ਕਰਕੇ 399 ਕਰਤੀ। ਸਿੰਪਲ ਜਿਹਾ ਰੀਜ਼ਨ ਹੈ ਕਿ ਜੇ ਤੁਸੀਂ ਕਿਸੇ ਨੂੰ ਕੋਈ ਅੱਛਾ ਆਊਟਪੁੱਟ ਦੇਣਾ ਨਾ ਕਿਸੇ ਵੀ ਚੀਜ਼ ਦੇ ਵਿੱਚ, ਉਹ ਕੰਮ ਕਰੇ ਤੁਹਾਡੇ ਵਾਸਤੇ, ਤੇ ਉਹਦੇ ਵਾਸਤੇ ਤੁਹਾਨੂੰ ਪਹਿਲਾਂ ਉਹਨਾਂ ਨੂੰ ਨਾ ਪ੍ਰੋਪਰ ਐਨਰਜੀ ਦੇਣੀ ਪੈਣੀ ਹੈ। ਜੇ ਐਨਰਜੀ ਨਹੀਂ ਦੋਗੇ ਫਿਰ ਤੁਸੀਂ ਉਹਨਾਂ ਤੋਂ ਰਿਜ਼ਲਟ ਵੀ ਨਹੀਂ ਐਕਸਪੈਕਟ ਕਰ ਸਕਦੇ। ਵੈਸੇ ਵੀ ਫ੍ਰੀ ਦੀ ਚੀਜ਼ ਹਜਮ ਨਹੀਂ ਹੁੰਦੀ ਲੋਕਾਂ ਨੂੰ। ਜਿਵੇਂ ਓਸ਼ੋ ਨੇ ਕਿਹਾ ਤਾਂ ਉਹਨਾਂ ਨੇ ਆਪਣੀ ਇੱਕ ਬੁੱਕ ਬਹੁਤ ਐਕਸਪੈਂਸਿਵ ਵਿੱਚ ਵੇਚੀ ਤੀ ਕਿ ਜੇ ਮੈਂ ਇਹਨੂੰ ਮਹਿੰਗੀ ਵੇਚਾਂਗਾ ਤਾਂ ਹੀ ਲੋਕ ਪੜ੍ਹਨਗੇ। ਐਗਜ਼ੈਕਟਲੀ। ਓਕੇ, ਸੋ ਸਰ ਥੋੜ੍ਹਾ ਚਾਨਣਾ ਪਾਓ ਆਪਣੇ ਟੈਰੋ ਕਾਰਡ ਰੀਡਰ ਤੇ ਸਾਈਕਿਕ ਰੀਡਰ ਹੋ ਤੁਸੀਂ, ਇਹਦੇ 'ਤੇ ਥੋੜ੍ਹਾ ਚਾਨਣਾ ਪਾਓ। ਦੇਖੋ, ਟੈਰੋ ਰੀਡਿੰਗ ਇੱਕ ਸਿੰਪਲ ਜੀ ਟੈਕਨੀਕ ਹੈ। ਤੁਸੀਂ 78 ਕਾਰਡਸ ਨੂੰ ਯੂਜ਼ ਕਰਦੇ ਹੋ। ਇਹਦੇ 'ਚ ਕੁਝ ਮੇਜਰ ਐਂਡ ਕੁਝ ਮਾਈਨਰ, ਮਤਲਬ ਕੁਝ ਮੇਜਰ ਹੁੰਦੇ ਨੇ ਜਿਹੜੇ ਕਿ ਸਾਡੇ ਲਾਈਫ ਦੇ ਇਵੈਂਟਸ, ਮੇਜਰ ਲਾਈਫ ਇਵੈਂਟਸ ਲਾਈਕ ਮੈਰਿਜ ਹੋ ਗਿਆ, ਜਾਂ ਆਪਣੇ ਮਨੀ ਰਿਲੇਟਡ ਇਸ਼ੂਜ਼ ਹੋ ਗਿਆ, ਪੇਰੈਂਟਸ ਦੇ ਨਾਲ ਹੋ ਗਏ, ਜਾਂ ਆਪਣੀ ਪਰਸਨਲ ਮੋਟੀਵੇਸ਼ਨ ਹੋ ਗਈ, ਇਹਨਾਂ ਦੇ ਨਾਲ ਲਿੰਕ ਹੁੰਦੇ ਨੇ। ਅਤੇ ਮਾਈਨਰ ਵਾਲੇ ਜਿਹੜੇ ਹੁੰਦੇ ਨੇ ਉਹ ਛੋਟੇ ਛੋਟੇ ਇੰਸਟੈਂਸਿਸ, ਜਿਵੇਂ ਕਿ ਕਿਸੇ ਦਾ ਬ੍ਰੇਕਅਪ ਹੋ ਗਿਆ, ਜਾਂ ਕਿਸੇ ਦੇ ਨਾਲ ਕੋਈ ਲਾਈਫ ਦੇ ਵਿੱਚ ਛੋਟਾ ਮੋਟਾ ਵੈਸੇ ਹੀ ਧੱਕਾ ਹੋ ਗਿਆ, ਇਹ ਸਾਰੀਆਂ ਚੀਜ਼ਾਂ ਮਤਲਬ ਮਾਈਨਰ 'ਚ ਆ ਜਾਂਦੀਆਂ। ਇੱਕ ਸਾਈਕਿਕ ਰੀਡਰ ਉਹੀ ਕਾਰਡ ਪਿਕ ਕਰਦਾ ਜਿਹੜਾ ਉਹਦੀ ਲਾਈਫ ਦੇ ਵਿੱਚ ਸੀਨ ਚੱਲਦਾ ਪਿਆ, ਅਤੇ ਉਹਦੇ ਨਾਲ ਹੀ ਉਹ ਸਾਰਾ ਫਿਰ ਆਪਣੀ ਇੱਕ ਰੀਡਿੰਗ ਬਣਾਉਂਦਾ ਪ੍ਰੋਪਰਲੀ, ਅਤੇ ਦੱਸ ਪਾਉਂਦਾ ਕਿ ਉਹਦੀ ਲਾਈਫ 'ਚ ਅੱਗੇ ਕੀ ਹੋਏਗਾ ਅਤੇ ਉਹਨੂੰ ਕਿੱਥੇ ਕਿੱਥੇ ਚੇਂਜਿਸ ਕਰਨੀਆਂ ਪੈਣੀਆਂ। ਟੈਰੋ ਰੀਡਿੰਗ ਕਦੀ ਵੀ ਨਹੀਂ ਕਹਿੰਦੀ ਕਿ ਤੁਸੀਂ ਪਲੈਨਟਸ ਦੇ ਉੱਤੇ ਬਿਲੀਵ ਕਰੋ, ਜਾਂ ਤੁਸੀਂ ਤੁਹਾਡਾ ਇਹਦੇ ਕਰਕੇ ਖਰਾਬ ਹੋ ਰਿਹਾ, ਉਹ ਤੁਹਾਡੇ ਉੱਤੇ ਦੋਸ਼ ਦਿੰਦੀ ਹੈ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਹਾਰਡ ਵਰਕ ਦਾ ਕੋਈ ਸਬਸਟੀਟਿਊਟ ਨਹੀਂ, ਮੈਂ ਵੀ ਇਸੇ ਚੀਜ਼ ਨੂੰ ਹੀ ਮੰਨਦਾ। ਹਾਰਡ ਵਰਕ ਦਾ ਕੋਈ ਸਬਸਟੀਟਿਊਟ ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ, ਅੱਗੇ ਵੀ ਨਹੀਂ ਆਏਗਾ ਕਦੀ। ਹਾਰਡ ਵਰਕ ਨੂੰ ਕਿਵੇਂ ਕਰਨਾ ਹੈ ਸਮਾਰਟ ਵਰਕ ਦੇ ਤੌਰ 'ਤੇ, ਉਹ ਇਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਤੁਸੀਂ ਆਪਣੀ ਐਨਰਜੀਜ਼ ਨੂੰ ਬੈਲੈਂਸ ਕਰਕੇ ਅਗਰ ਕੋਈ ਚੀਜ਼ ਕਰਦੇ ਹੋ ਨਾ ਤਾਂ ਜ਼ਿਆਦਾ ਬੈਟਰ ਹੈ। ਫੋਰ ਐਗਜ਼ਾਮਪਲ, ਅਗਰ ਮੈਂ ਤੁਹਾਨੂੰ ਕਹਾਂ ਕਿ ਕਿਸੇ ਪਰਸਨ ਦੇ ਵਿੱਚ ਵਿਟਾਮਿਨ ਈ ਦੀ ਕਮੀ ਹੈ, ਅਤੇ ਉਹ ਕਹੇ ਯਾਰ ਕੁਛ ਨਹੀਂ ਹੁੰਦਾ, ਤਾਂ ਵੀ ਕੰਮ ਕਰਦੇ ਰਹੋ, ਹਾਰਡ ਵਰਕ ਕਰਦੇ ਰਹੋ, ਇੱਦਾਂ ਕੁਛ ਵੀ ਨਹੀਂ ਹੋਏਗਾ ਹੁੰਦਾ। ਵਿਟਾਮਿਨ ਈ ਦੀ ਕਮੀ ਕਰਕੇ ਜਿਹੜੀ ਵੀ ਉਹਨੂੰ ਡੈਫੀਸ਼ੀਐਂਸੀ ਦਿੱਕਤ ਆਊਗੀ ਨਾ, ਉਹਦੀ ਡੈਫੀਸ਼ੀਐਂਸੀ ਕਰਕੇ ਜੋ ਵੀ ਦਿੱਕਤ ਆਊਗੀ ਉਹਨੂੰ ਲਾਈਫ ਦੇ ਵਿੱਚ ਫੇਸ ਕਰਨੀ ਪਊਗੀ। ਇਹ ਤੋਂ ਚੰਗਾ ਉਹ 30 ਰੁਪਏ ਦਾ ਜਿਹੜਾ ਕੈਪਸੂਲ ਆਉਂਦਾ ਨਾ ਵਿਟਾਮਿਨ ਈ ਦੇ, ਉਹ ਖਾ ਕੇ ਫਿਰ ਕੰਮ ਕਰਨ ਲੱਗ ਜਾਏ ਨਾ, ਉਹਦੀ ਲਾਈਫ ਜ਼ਿਆਦਾ ਬੈਟਰ ਹੋ ਜਾਏਗੀ। ਕ੍ਰਿਸਟਲਸ ਜਾਂ ਕੋਈ ਵੀ ਹੀਲਿੰਗਸ ਉਸ ਕਮੀਆਂ ਨੂੰ ਅਤੇ ਉਸ ਡੈਫੀਸ਼ੀਐਂਸੀਜ਼ ਨੂੰ ਪੂਰੀ ਕਰਦੀ ਹੈ ਐਨਰਜੀ ਲੈਵਲਸ ਦੇ ਉੱਤੇ। ਹਾਰਡ ਵਰਕ ਦਾ ਕਦੀ ਵੀ ਸਬਸਟੀਟਿਊਟ ਨਹੀਂ ਹੈ ਇਹ। ਹਾਂਜੀ। ਸੋ ਲੱਕੀ ਨੰਬਰਸ ਦੀ ਬਹੁਤ ਵਾਰ ਗੱਲ ਹੁੰਦੀ ਹੈ ਟੈਰੋ ਰੀਡਰ ਵਿੱਚ, ਲੱਕੀ ਨੰਬਰਸ ਕੀ ਹੁੰਦੇ ਨੇ, ਇਹਦਾ ਕੀ ਮਤਲਬ ਸਾਡੀ ਲਾਈਫ 'ਚ? ਲੱਕੀ ਨੰਬਰਸ ਬੇਸਿਕਲੀ ਐਂਜਲ ਨੰਬਰਸ ਨੂੰ ਕਿਹਾ ਜਾਂਦਾ, ਰਿਪੀਟਿੰਗ ਨੰਬਰਸ ਨੂੰ ਕਿਹਾ ਜਾਂਦਾ। ਕਈ ਵਾਰੀ ਐਂ ਹੁੰਦਾ ਵੀ ਤੁਸੀਂ ਸਾਰਾ ਦਿਨ ਉਵੇਂ ਹੀ ਬੈਠੇ ਹੋ, ਪਰ ਇੱਕੋ ਦਮ ਤੁਸੀਂ ਮੋਬਾਈਲ ਚੈੱਕ ਕੀਤਾ, 444 ਹੋਏ ਆ, 1111 ਹੋਏ ਨੇ, 333 ਹੋਏ ਨੇ। ਇਹ ਸਾਰੇ ਰਿਪੀਟਿੰਗ ਨੰਬਰਸ ਸਾਡੇ ਯੂਨੀਵਰਸ ਦੀ ਸਿੰਕਰੋਨਿਸਿਟੀ ਨਾਲ ਦੱਸ ਰਹੇ ਨੇ ਵੀ ਤੁਸੀਂ ਯੂਨੀਵਰਸ ਦੇ ਨਾਲ ਸਿੰਕਰੋਨਾਈਜ਼ਡ ਹੋ। ਯੂਨੀਵਰਸ ਦੀ ਲੈਂਗੁਏਜ ਮੈਥਸ ਹੈ। ਯੂਨੀਵਰਸ ਤੁਹਾਨੂੰ ਕਿਸੇ ਹਿੰਦੀ ਪੰਜਾਬੀ ਦੇ ਵਿੱਚ ਨਹੀਂ ਗੱਲ ਕਰ ਰਿਹਾ, ਉਹ ਮੈਥਮੈਟਿਕਸ ਦੇ ਵਿੱਚ ਗੱਲ ਕਰਦਾ। ਇਸ ਲਈ ਜਿਹੜੇ ਰਿਪੀਟਿੰਗ ਨੰਬਰਸ ਹੈ ਉਹ ਸਾਨੂੰ ਇਹ ਦੱਸ ਰਹੇ ਨੇ ਵੀ ਤੁਸੀਂ ਯੂਨੀਵਰਸ ਦੀਆਂ ਐਨਰਜੀਜ਼ ਦੇ ਨਾਲ ਕਾਫੀ ਜ਼ਿਆਦਾ ਅਲਾਈਨਡ ਹੋ। ਜੇ ਤੁਹਾਨੂੰ ਰਿਪੀਟਿੰਗ ਨੰਬਰਸ ਬਾਰ-ਬਾਰ ਦਿਖ ਰਹੇ ਨੇ, ਉਹ ਕੁਛ ਨਾ ਕੁਛ ਇੰਡੀਕੇਸ਼ਨਸ ਦੇ ਰਿਹਾ ਤੁਹਾਨੂੰ। ਜਿਵੇਂ ਕਿ ਜਦੋਂ ਮੇਰੀ ਸਪਿਰਿਚੁਅਲ ਅਵੇਕਨਿੰਗ ਹੋਈ ਸੀਗੀ, ਮੈਨੂੰ ਹਰ ਟਾਈਮ 1111 ਦਿਖਦਾ ਸੀਗਾ, ਹਰ ਟਾਈਮ। ਕਦੀ ਵੀ ਮੈਂ ਮੋਬਾਈਲ ਖੋਲ੍ਹਣਾ 1111 ਹੋਏਗਾ,
ਮੈਂ ਕਈ ਚੱਲ ਰਿਹਾ ਤੇ ਉੱਥੇ ਸਾਹਮਣੇ ਕਿਤੇ 11-11 ਹੋਏਗਾ, ਗੱਡੀ ਦਾ ਨੰਬਰ 11-11 ਹੋਏਗਾ। 11-11 ਹਮੇਸ਼ਾ ਤੁਹਾਡੀ ਸਪਿਰਿਚੁਅਲ ਅਵੇਕਨਿੰਗ ਨੂੰ ਦੱਸਦਾ ਕਿ ਤੁਸੀਂ ਇੱਕ ਦੇ ਨਾਲ ਇੱਕ ਹੋ ਜਾਓ ਅੰਦਰ ਹੀ ਆਪਣੇ। ਜੇ 13-13 ਦਿਖੇ ਮੈਨੂੰ 13-13 ਦਿਖਦਾ ਹਰ ਜਗ੍ਹਾ। ਹਰੇਕ ਦਾ ਅਲੱਗ-ਅਲੱਗ ਮੀਨਿੰਗ ਹੁੰਦਾ ਹੈ। ਠੀਕ ਹੈ ਜੀ। ਜਿਵੇਂ 13-13 ਦਾ ਅਗਰ ਤੁਸੀਂ ਦੇਖੋ, ਇਹ ਪੂਰੀ ਤਰ੍ਹਾਂ ਐਂਜਲ ਨੰਬਰ ਨਹੀਂ ਹੈਗਾ। ਓਕੇ। ਜਿਵੇਂ ਆਪਾਂ ਰਿਪੀਟਿੰਗ ਨੰਬਰਸ ਬੋਲਦੇ ਆ ਨਾ, ਸੇਮ ਨੰਬਰਸ ਹੋਣ, ਉਹਨਾਂ ਦਾ ਜ਼ਿਆਦਾ ਮੀਨਿੰਗ ਹੁੰਦਾ। ਓਕੇ। ਸੋ ਵਾਸਤੂ ਬਾਰੇ ਗੱਲ ਕਰੀਏ, ਜੇ ਵਾਸਤੂ ਹੈ ਨਾ ਜਾਂ ਸਾਈਕਿਕ ਰੀਡਿੰਗ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਵਾਸਤੂ ਸ਼ਾਸਤਰ, ਜਿਵੇਂ ਮੈਂ ਪਹਿਲਾਂ ਵੀ એનર્ਜੀ ਬੈਲੈਂਸਿੰਗ ਦੀ ਗੱਲ ਕਰ ਰਿਹਾ ਸੀਗਾ, એનર્ਜੀ ਬੈਲੈਂਸਿੰਗ ਦਾ ਹੀ ਕੰਮ ਹੋ ਰਿਹਾ ਵਾ। ਜਿਵੇਂ ਆਪਾਂ ਨੂੰ ਪਤਾ ਆਪਣਾ 5 ਤੱਤਵ ਦਾ ਸਰੀਰ ਹੈ, 5 ਤੱਤਵ ਹੀ ਆਸ-ਪਾਸ ਨੇ ਆਪਣੇ। ਉਹ 5 ਤੱਤਵ ਜਿਹੜੇ ਆਸ-ਪਾਸ ਨੇ, ਅਗਰ ਉਹ ਸਾਡੇ ਬਾਡੀ ਦੇ ਨਾਲ ਬੈਲੈਂਸਡ ਵੇ ਦੇ ਵਿੱਚ ਨਹੀਂ ਹੋਣਗੇ ਨਾ, ਤੇ ਸਾਨੂੰ ਕੋਈ ਨਾ ਕੋਈ ਇਸ਼ੂਜ਼ ਆਉਣਗੇ ਲਾਈਫ 'ਚ। ਜਿਵੇਂ ਆਪਣੇ ਕਹਿੰਦੇ ਨਾ ਵੀ ਫੋਰ ਐਗਜ਼ਾਮਪਲ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇਹਦੇ ਵਿੱਚ। ਵਾਸਤੂ ਸ਼ਾਸਤਰ ਦੇ ਵਿੱਚ ਨਾਰਥ ਈਸਟ ਡਾਇਰੈਕਸ਼ਨ ਦੀ ਬਹੁਤ ਮਹਾਨਤਾ ਹੈ। ਨਾਰਥ ਈਸਟ ਦੀ ਕਿਉਂ ਮਹਾਨਤਾ ਹੈ? ਕਿਉਂਕਿ ਉੱਥੋਂ ਦੀ ਸਾਰੀ ਇਲੈਕਟ੍ਰੋਮੈਗਨੈਟਿਕ ਫੀਲਡ ਸਟਾਰਟ ਹੁੰਦਾ ਹੈ। ਆਪਣੇ ਇੱਕ ਅਰਥ ਦੇ ਵਿੱਚ ਬਹੁਤ ਵੱਡਾ ਚੁੰਬਕ ਹੈ, ਇਹ ਸਾਇੰਸ ਨੇ ਵੀ ਪ੍ਰੂਵ ਕੀਤਾ ਹੈ। ਪਰ ਆਪਣੇ ਜਿਹੜੇ ਰਿਸ਼ੀਆਂ ਮੁਨੀਆਂ ਨੂੰ ਸੋ ਪਹਿਲਾਂ ਹੀ ਪਤਾ ਸੀਗਾ। ਵਿਸ਼ਵਕਰਮਾ ਪ੍ਰਕਾਸ਼ ਜੀ ਨੇ ਇਹਨਾਂ ਦੀ ਲਿਖੀ ਹੈ ਨਾ, ਇਹਦੇ ਵਿੱਚ ਲਿਖਿਆ, ਜਿਨ੍ਹਾਂ ਨੇ ਲੰਕਾ ਦੀ ਵੀ ਬਣਾਇਆ ਸੀਗਾ, ਉਹਨਾਂ ਨੇ ਲਿਖਿਆ ਵਾਸਤੂ ਸ਼ਾਸਤਰ ਦਾ। ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਲਰੇਡੀ ਉਹਨਾਂ ਨੂੰ ਪਤਾ ਸੀਗੀਆਂ ਕਿ ਅਰਥ 66.5 ਡਿਗਰੀ ਤੇ ਟਿਲਟ ਹੈ, ਕਿੱਧਰਲੀ ਸਾਈਡ ਉਹ ਘੁੰਮਦੀ ਪਈ ਹੈ, ਹਵਾਵਾਂ ਦੀ ਡਾਇਰੈਕਸ਼ਨ ਕੀ ਹੈ, ਮੈਗਨੇਟ ਦਾ ਕੀ ਹੈ, ਕਲਰਸ ਦਾ ਕੀ ਕਨਸੈਪਟ ਹੈ, ਇਹ ਸਾਰਾ ਕੁਝ ਉਹਨਾਂ ਦੇ ਵਿੱਚ, ਸ਼ੇਪਸ ਦਾ ਵੀ ਕੀ ਕਨਸੈਪਟ ਹੈ, ਸਾਰਾ ਕੁਝ ਉਹਨਾਂ ਨੂੰ ਪਤਾ ਸੀ। ਉਹਦੇ ਆਧਾਰ ਤੇ ਵਾਸਤੂ ਸ਼ਾਸਤਰ ਬਣਾਇਆ ਗਿਆ। ਫੋਰ ਐਗਜ਼ਾਮਪਲ, ਤੁਹਾਨੂੰ ਕੋਈ ਕਹਿੰਦਾ ਵੀ ਈਸਟ ਡਾਇਰੈਕਸ਼ਨ ਦੇ ਵਿੱਚ ਮੂੰਹ ਕਰਕੇ ਰੋਟੀ ਬਣਾਓ, ਉਹਦੀ ਕੀ ਮਹਾਨਤਾ ਹੈ? ਸਿੰਪਲ ਜੀ ਮਹਾਨਤਾ ਉਹਦੀ ਵੀ ਈਸਟ ਤੋਂ ਸੂਰਜ ਉਗਦਾ, ਤੇ ਜੇ ਤੁਸੀਂ ਉਧਰਲੀ ਸਾਈਡ ਮੂੰਹ ਕਰਕੇ ਰੋਟੀ ਬਣਾ ਰਹੇ ਹੋ, ਤੁਹਾਡਾ ਸਾਰਾ ਹਾਈਜੀਨਿਕ ਰਹੇਗਾ, ਸੈਨੀਟਾਈਜ਼ਡ ਰਹੇਗਾ, ਸ਼ੈਲਫ ਜਿਹੜੀ ਹੈ, ਕੀਟਾਣੂ ਬੈਕਟੀਰੀਆ ਨਹੀਂ ਆਉਣਗੇ, ਹੈਲਦੀ ਰਹੋਗੇ। ਪੇਟ ਤੋਂ ਹੀ ਤਾਂ ਸ਼ੁਰੂਆਤ ਹੁੰਦੀ ਹੈ એનર્ਜੀਜ਼ ਦੀ। ਜੇ ਤੁਸੀਂ ਅੱਛਾ ਖਾ ਰਹੇ ਹੋ, ਸਾਤਵਿਕ ਭੋਜਨ ਖਾ ਰਹੇ ਹੋ, ਨਾਲ ਹਾਈਜੀਨਿਕ ਖਾ ਰਹੇ ਹੋ, ਤੇ ਤੁਹਾਡੀ ਸਾਰੀ ਲਾਈਫ ਹੀ ਸੈਟਲ ਡਾਊਨ ਹੋ ਜਾਏਗੀ ਨਾ। ਸੋ ਤੁਸੀਂ ਸਪਿਰਿਚੁਅਲ ਅਵੇਕਨਿੰਗ ਵੱਲ ਉਸ ਪਾਥ ਤੇ ਹੋ, ਹੈ ਨਾ? ਤੇ ਕਿਵੇਂ ਤੁਹਾਨੂੰ ਮਤਲਬ ਸਪਿਰਿਚੁਅਲ ਅਵੇਕਨਿੰਗ ਦਾ ਤੁਹਾਨੂੰ ਲੱਗਿਆ ਕਿ ਹੈ ਨਾ ਕਿ ਇਸ ਰਾਹ ਤੇ ਆਉਣਾ ਚਾਹੀਦਾ? ਮਤਲਬ ਇੰਨੇ ਯੰਗ ਏਜ ਵਿੱਚ ਬੰਦਾ ਆਪਣੇ ਫਿਊਚਰ ਬਾਰੇ ਸੋਚਦਾ ਹੈ। ਸੋ ਕੀ ਲਾਈਫ 'ਚ ਇਨਸੀਡੈਂਟ ਹੋਇਆ ਕਿ ਤੁਸੀਂ ਸਪਿਰਿਚੁਅਲਿਟੀ ਵੱਲ ਆ ਗਏ? ਦੇਖੋ, ਲਾਈਫ ਦੇ ਵਿੱਚ ਨਾ ਇਨਸੀਡੈਂਟਸ ਤਾਂ ਬਹੁਤ ਹੋਏ ਨੇ। ਸਟਾਰਟਿੰਗ ਤੋਂ ਹੀ ਮੇਰਾ ਟਿਲਟ ਥੋੜ੍ਹਾ ਜਿਹਾ ਪਰਮਾਨੈਂਟ ਸਿਸਟਮ ਦੇ ਵਿੱਚ ਹੁੰਦਾ ਸੀਗਾ ਕਿ ਮੇਰੇ ਫਾਦਰ ਬਹੁਤ ਜ਼ਿਆਦਾ ਐਕਚੁਅਲੀ ਸਪਿਰਿਚੁਅਲ ਨੇ। ਉਹਨਾਂ ਦੀ ਥੋੜ੍ਹੀ ਜਿਹੀ ਐਕਚੁਅਲੀ ਦਿੱਕਤਾਂ ਇਹ ਰਹਿ ਗਈਆਂ ਕਿ ਲਾਈਫ ਦੇ ਵਿੱਚ ਹਸਲਸ ਸੀਗੇ, ਮਨੀ ਅਰਨ ਕਰਨ ਦਾ ਕਨਸੈਪਟ ਸੀਗਾ ਥੋੜ੍ਹਾ ਜਿਹਾ ਉਹਨਾਂ ਦਾ। ਇਸ ਲਈ ਉਹਨਾਂ ਨੂੰ ਸਪਿਰਿਚੁਅਲਿਟੀ ਦੇ ਵੱਲ ਤੁਰੇ ਤਾਂ ਪੂਰਾ ਨੇ, ਪਰ ਉਹਨਾਂ ਨੇ ਮਟੀਰੀਅਲੀ ਅਰਨ ਕੀਤਾ, ਜ਼ਿਆਦਾ ਨਹੀਂ ਕਰ ਪਾਏ ਉੱਧਰਲੀ ਸਾਈਡ। ਤੇ ਮੇਰੇ ਵਾਸਤੇ ਗੋਲਡਨ ਓਪਰਚੁਨਿਟੀ ਸੀ, ਕਿਉਂਕਿ ਉਹਨਾਂ ਦਾ ਜਿਹੜਾ ਵੀ ਕਮਾਈ ਹੈ ਉਹ ਤਾਂ ਹੁਣ ਮੇਰੇ ਹੋ ਗਈ, ਪਰ ਉਸ ਤੋਂ ਉੱਪਰ ਹੀ ਹੁਣ ਮੈਂ ਤਾਂ ਗਰੋ ਕਰਨਾ ਹੈ ਨਾ। ਤੇ ਜੇ ਮੈਂ ਨਾ ਉਸ ਤੋਂ ਉੱਪਰ ਗਰੋ ਕਰਦਾ ਫਿਰ ਤਾਂ ਗਲਤ ਹੋ ਜਾਂਦੀ ਚੀਜ਼। ਇਸ ਲਈ ਮੇਰੇ ਲਈ ਤਾਂ ਇੱਕ ਗੋਲਡਨ ਓਪਰਚੁਨਿਟੀ ਸੀ ਕਿ ਮੈਂ ਤਾਂ ਸਪਿਰਿਚੁਅਲਿਟੀ ਦੇ ਵੱਲ ਤੁਰਨਾ ਹੀ ਤੁਰਨਾ। ਮੇਰੇ ਫਾਦਰ ਨੇ ਬੇਸਿਕਲੀ ਬਚਪਨ 'ਚ ਕਹਿੰਦੇ 5 ਸਾਲ ਦੀ ਉਮਰ 'ਚ ਸੀ ਸਾਡੇ, ਮਤਲਬ ਨਾ ਐ ਨਹੀਂ ਹੁੰਦਾ ਸੀ ਕਿ ਸਿੱਖੀਜ਼ਮ ਦੇ ਵਿੱਚ ਹੀ ਉਹ ਤੋਂ ਪਾਠ ਹੁੰਦਾ ਹੀ ਕਰਨਾ। ਆਸ ਪੜੋਸ ਦੇ ਵੀ ਹੁੰਦੇ ਸੀਗੇ ਨਾ, ਕਿਸੇ ਨੇ ਉਹਨਾਂ ਨੂੰ ਹਨੂੰਮਾਨ ਚਾਲੀਸਾ ਸਿਖਾਤੀ ਸੀ। 5 ਸਾਲ ਦੇ ਵਿੱਚ ਉਹ ਹਨੂੰਮਾਨ ਚਾਲੀਸਾ ਰਿਸਾਈਟ ਕਰਦੇ ਸੀ। ਤੇ ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਉਹ ਮੇਰੇ ਅੰਦਰ ਵੀ ਆਉਂਦੀਆਂ ਰਹੀਆਂ। ਉਹ ਜਿਵੇਂ ਕਹਿੰਦੇ ਸੀ ਕਿ ਮੈਂ ਪਾਠ ਕੀਤਾ ਬਿਨਾਂ ਰੋਟੀ ਨਹੀਂ ਖਾਂਦਾ ਸੀਗਾ, ਉਹ ਸਾਰੀਆਂ ਚੀਜ਼ਾਂ ਮੇਰੇ ਅੰਦਰ ਵੀ ਆਉਂਦੀਆਂ ਰਹੀਆਂ ਬਾਈ ਡਿਫਾਲਟ, DNA 'ਚ ਜਿਵੇਂ ਹੁੰਦੀਆਂ ਨਾ। ਫਿਰ ਉਸ ਤੋਂ ਬਾਅਦ ਕੁਝ ਮੇਜਰ ਇਨਸੀਡੈਂਟਸ ਐਵੇਂ ਦੇ ਹੋ ਗਏ ਲਾਈਫ ਦੇ ਵਿੱਚ। ਜਿਵੇਂ 2008 ਦੇ ਵਿੱਚ ਮੇਰੇ ਇੱਕ ਡਰੀਮ ਦੇ ਵਿੱਚ ਮੈਨੂੰ ਆਪਣੀ ਦਾਦੀ ਦੀ ਡੈਥ ਦਿਖੀ। 2008 ਦੇ ਵਿੱਚ ਡੈਥ ਦਿਖੀ ਤੇ ਉਹਨਾਂ ਦੀ ਡੈਥ ਹੋਈ ਹੈ ਕੋਈ ਅਰਾਊਂਡ 2021 ਦੇ ਵਿੱਚ। ਜੋ ਮੈਨੂੰ ਡਰੀਮ ਆਇਆ ਸੀਗਾ ਉਹਦੇ ਵਿੱਚ ਕਿ ਦਾਦੀ ਦੀ ਜਿਵੇਂ ਡੈਥ ਹੋ ਰਹੀ ਹੈ, ਆਸ-ਪਾਸ ਸਾਰੇ ਖੜੇ ਨੇ, ਮੇਰੇ ਫਾਦਰ ਖੜੇ ਨੇ, ਮੇਰੇ ਤਾਇਆ ਜੀ ਖੜੇ ਨੇ, ਸਾਰੇ ਉਹਨਾਂ ਨੂੰ ਫੜ ਰਹੇ ਨੇ ਤੇ ਉਹਨਾਂ ਦੀ ਹੌਲੀ ਹੌਲੀ ਜਾਨ ਨਿਕਲਦੀ ਪਈ ਹੈ, ਪੈਰਾਂ 'ਚੋਂ ਨਿਕਲਦੀ ਪਈ ਹੈ, ਅੱਖਾਂ ਖੜ ਗਈਆਂ ਪਹਿਲੀਆਂ। ਤੇ ਮਤਲਬ ਉੱਚੀ ਉੱਚੀ ਉਹ ਬੋਲਦੇ ਪਏ ਨੇ, ਕੁਝ ਆਪਣੇ ਪਾਸਟ ਜਨਮਾਂ ਦੀ ਬੋਲਦੇ ਪਏ, ਆਪਣੇ ਮਦਰ ਬਾਰੇ ਬੋਲੀ ਜਾਂਦੇ ਨੇ ਕਿ ਉਹਨਾਂ ਨੂੰ ਮਦਰ ਦਿਖ ਰਹੀ ਹੈ ਉਹਨਾਂ ਦੀ। ਉਹ ਸਾਰੀਆਂ ਚੀਜ਼ਾਂ ਨੇ ਨਾ ਇੱਕ ਅੰਦਰੋਂ ਦੀ ਹਿਲਾ ਦਿੱਤਾ ਕਿ ਐਂ ਲੱਗਾ ਕਿ ਯਾਰ ਸਾਰਾ ਕੁਝ ਹੀ ਟੈਂਪਰੇਰੀ ਹੈ ਯਾਰ, ਜੋ ਵੀ ਤੁਸੀਂ ਆ ਕਰਦੇ ਪਏ ਹੋ ਹੈਗਾ ਤਾਂ ਟੈਂਪਰੇਰੀ ਹੈ। ਪਤਾ ਨਹੀਂ ਕਿਹੜੇ ਡਾਇਮੈਂਸ਼ਨ 'ਚ ਇਸ ਟਾਈਮ ਬੈਠੇ ਨੇ। ਉਹ ਡਾਇਮੈਂਸ਼ਨ ਨੂੰ ਅੰਦਰੋਂ ਫਾਈਂਡ ਕਰਨ ਦੀ ਮੇਰੀ ਉਸੇ ਟਾਈਮ ਜਿਹੜੀ ਕਿਉਰਿਓਸਿਟੀ ਆ ਬਹੁਤ ਜ਼ਿਆਦਾ ਵੱਧ ਗਈ। ਮੈਂ ਉਹਨਾਂ ਨੂੰ ਜਦੋਂ
ਉਹਨਾਂ ਦੀ ਹੌਲੀ ਹੌਲੀ ਰੂਹ ਨਿਕਲਦੀ ਦੇਖੀ ਨਾ, ਪਹਿਲਾਂ ਪੈਰਾਂ 'ਚੋਂ ਨਿਕਲਦੀ ਪਈ ਹੈ, ਲੱਤਾਂ 'ਚ ਜਾ ਰਹੀ ਹੈ, ਹੌਲੀ ਹੌਲੀ ਸਾਰਾ ਮਤਲਬ ਪਹਿਲਾਂ ਫਿਰ ਗੰਦ ਨਿਕਲਦਾ ਹੈ ਸਰੀਰ ਦਾ, ਹੌਲੀ ਹੌਲੀ ਉੱਪਰ ਜਾ ਰਹੀ, ਅੱਖਾਂ ਖੜ ਗਈਆਂ, ਫਿਰ ਮੂੰਹ ਖੁੱਲ ਗਿਆ। ਇਹ ਸਾਰੇ ਦਿਮਾਗ ਦੇ ਵਿੱਚ ਨਾ ਇੱਦਾਂ ਫੀਡ ਹੋ ਗਏ ਕਿ ਉਸ ਤੋਂ ਬਾਅਦ ਮਨ ਨਹੀਂ ਕੀਤਾ ਕਿ ਯਾਰ ਬਹੁਤ ਜ਼ਿਆਦਾ ਕੋਈ ਡਿਜ਼ਾਇਰਸ ਰੱਖਾਂ, ਬਹੁਤ ਜ਼ਿਆਦਾ ਕੋਈ ਜਿਵੇਂ ਅੱਜ ਦੀ ਡੇਟ 'ਚ ਬ੍ਰਾਂਡਡ ਕੱਪੜੇ ਪਾਉਣ ਦਾ, ਗੱਡੀਆਂ ਰੱਖਣ ਦਾ, ਇਹ ਸਾਰੇ ਸ਼ੌਂਕ ਨੇ ਨਾ, ਉਹ ਸਾਰੇ ਸ਼ੌਂਕ ਇੱਕੋ ਦਮ ਨਾ ਖਤਮ ਜਿਹੇ ਹੋ ਗਏ। ਐ ਲੱਗਾ ਨਹੀਂ ਕਿ ਯਾਰ ਇਹਨਾਂ ਸ਼ੌਂਕਾਂ ਨੂੰ ਵੀ ਪੂਰਾ ਕਰਕੇ ਕੁਝ ਹੋ ਪਾਣਾ, ਕਿਉਂਕਿ ਐਟ ਲਾਸਟ ਤਾਂ ਆਹੀ ਸਟੇਜ ਮੇਰੀ ਵੀ ਹੋਊਗੀ ਕਿਸੇ ਟਾਈਮ। ਡੈਥ ਮੇਰੇ ਦਿਮਾਗ 'ਚ ਉਦੋਂ ਫਿੱਟ ਹੋ ਗਈ ਕਿ ਡੈਥ ਤਾਂ ਆਣੀ ਹੀ ਆਣੀ ਹੈ। ਇਸ ਤੋਂ ਪਹਿਲਾਂ ਕੁਝ ਪਰਮਾਨੈਂਟ ਸਿਸਟਮ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਨਾ, ਉਹ ਕਰੀਏ। ਜਨਮਾਂ ਤੋਂ ਖਾਂਦੇ ਪਏ ਹਾਂ, ਜਨਮਾਂ ਤੋਂ ਕੁਝ ਫਿਜ਼ੀਕਲ ਵੀ ਹੁੰਦੇ ਪਏ ਹਾਂ, ਜਨਮਾਂ ਤੋਂ ਵਿਆਹ ਵੀ ਕੀਤਾ ਹੋਣਾ, ਗੱਡੀਆਂ ਵੀ ਲਿੱਤੀਆਂ ਹੋਣੀਆਂ, ਪਤਾ ਹੀ ਨਹੀਂ ਕਿਹੜੇ ਜ਼ਮਾਨਿਆਂ ਤੋਂ ਆਪਾਂ ਤੁਰਦੇ ਪਏ ਹਾਂ। ਹੁਣ ਵੀ ਜੇ ਇਹੋ ਕਰਕੇ ਚਲੇ ਗਏ ਨਾ, ਫਿਰ ਜਾਨਵਰ ਤੇ ਮੇਰੇ 'ਚ ਕੋਈ ਫਰਕ ਨਹੀਂ ਹੋਏਗਾ। ਤੇ ਮੇਰਾ ਇੱਕੋ ਦਮ ਥੋੜਾ ਜਿਹਾ ਨਾ ਮਾਈਂਡ ਸ਼ਿਫਟ ਹੋ ਗਿਆ ਵੀ ਨਹੀਂ, ਪਰਮਾਨੈਂਟ ਸਿਸਟਮ ਹੀ ਫਾਈਂਡ ਆਊਟ ਕਰਾਂਗੇ, ਇਹਨੂੰ ਵੀ ਇੰਜੋਏ ਕਰਾਂਗੇ, ਪਰ ਇੱਕ ਰੀਅਲਾਈਜੇਸ਼ਨ ਦੇ ਨਾਲ। ਜਦੋਂ ਅੰਦਰੋਂ ਰੀਅਲਾਈਜੇਸ਼ਨ ਹੁੰਦੀ ਹੈ ਨਾ ਕਿਸੇ ਚੀਜ਼ ਦੀ ਕਿ ਯਾਰ ਹੈਗਾ ਤਾਂ ਟੈਂਪਰੇਰੀ ਹੈ, ਬਟ ਚਲੋ ਸਾਰੇ ਕਰਦੇ ਪਏ ਨੇ, ਉਹਨੂੰ ਇੰਜੋਏ ਕਰਨਾ ਵਿਦ ਅ ਰੀਅਲਾਈਜੇਸ਼ਨ। ਇਹਨੂੰ ਕਹਿੰਦੇ ਡਿਟੈਚਡ ਹੋ ਕੇ ਲਾਈਫ ਨੂੰ ਜੀਣਾ। ਜੇ ਤੁਸੀਂ ਡਿਟੈਚਡ ਹੋ ਕੇ ਲਾਈਫ ਨੂੰ ਜੀ ਰਹੇ ਹੋ ਨਾ, ਫਿਰ ਸਹੀ ਹੈ। ਤੇ ਜੇ ਸਿਰਫ ਇਹਦੇ ਵਿੱਚ ਹੀ ਫਸੇ ਹੋਏ ਹੋ ਨਾ, ਫਿਰ ਸੁੱਖ ਵੀ ਤੁਹਾਨੂੰ ਪ੍ਰੋਬਲਮ ਦੇਗਾ, ਦੁੱਖ ਵੀ ਪ੍ਰੋਬਲਮ ਦੇਗਾ। ਸੁੱਖ ਜਦੋਂ ਆਏਗਾ ਉਦੋਂ ਇਹ ਲੱਗੇਗਾ ਯਾਰ ਚਲਾ ਨਾ ਜਾਵੇ, ਦੁੱਖ ਜਦੋਂ ਆਏਗਾ ਉਦੋਂ ਹੁੰਦੀ ਦਿੱਕਤ। ਹੁਣ ਮੇਰੇ ਐਵੇਂ ਦੇ ਕਈ ਕਸਟਮਰਸ ਨੇ ਜਿਨ੍ਹਾਂ ਦੇ ਕੋਲ ਸਾਰਾ ਕੁਝ ਆਪਾਂ ਦਵਾਇਆ ਹੈ, ਮਤਲਬ ਉਹ ਬਿਲਕੁਲ ਐ ਜ਼ੀਰੋ ਤੋਂ ਸਟਾਰਟ ਹੋਏ, ਤੇ ਉਹਨਾਂ ਨੂੰ ਆਪਾਂ ਜਿਵੇਂ ਹੀਲਿੰਗਸ ਦੇ ਕੇ ਤੇ ਕ੍ਰਿਸਟਲਸ ਦੇ ਕੇ ਤੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇ ਕੇ ਠੀਕ ਕੀਤਾ। ਅੱਜ ਉਹਨਾਂ ਕੋਲ ਸਾਰਾ ਕੁਝ ਹੈਗਾ। ਅੱਜ ਉਹਨਾਂ ਦਾ ਡਰ ਪਤਾ ਕੀ ਹੋ ਗਿਆ? ਚਲਾ ਨਾ ਜਾਏ ਕਿਤੇ ਹੱਥੋਂ। ਮਤਲਬ ਤੁਸੀਂ ਕਦੀ ਖੁਸ਼ ਹੋ ਹੀ ਨਹੀਂ ਸਕਦੇ, ਇਹਨਾਂ ਦਾ ਮਤਲਬ ਉਹ ਹੈ ਚੀਜ਼ਾਂ ਮਿਲਣ ਦੇ ਨਾਲ ਕਦੀ ਖੁਸ਼ੀ ਨਹੀਂ ਹੁੰਦੀ। ਫਿਰ ਮੇਰਾ ਥੋੜਾ ਜਿਹਾ ਗਾਈਡੈਂਸ ਦੇ ਵਿੱਚ ਚੇਂਜ ਆਇਆ, ਫਿਰ ਮੈਂ ਮੈਡੀਟੇਸ਼ਨਸ ਸਪਿਰਿਚੁਅਲਿਟੀ ਵੱਲ ਪਹਿਲਾਂ ਪਾਉਂਦਾ, ਚੀਜ਼ਾਂ ਬਾਅਦ 'ਚ ਦਵਾਉਣਾ, ਤਾਂ ਕਿ ਉਹਨਾਂ ਨੂੰ ਪਰਮਾਨੈਂਟ ਖੁਸ਼ੀ ਵੀ ਮਿਲ ਜਾਵੇ ਤੇ ਨਾਲ ਆ ਜਿਹੜੀਆਂ ਚੀਜ਼ਾਂ ਇਹ ਵੀ ਮਿਲ ਜਾਣ। ਜਿਵੇਂ ਓਸ਼ੋ ਕਹਿੰਦੇ ਨੇ ਕਿ ਮੌਤ ਤੋਂ ਪਹਿਲਾਂ ਖੁਦ ਨੂੰ ਜਾਣ ਲੈਣਾ, ਆਪਣੇ ਆਪ ਨੂੰ ਜਾਣ ਲੈਣਾ, ਤਾਂ ਹੀ ਅਸੀਂ ਮੋਕਸ਼ ਪ੍ਰਾਪਤ ਕਰ ਸਕਦੇ, ਨਹੀਂ ਤਾਂ ਰੀਕਾਰਨੇਸ਼ਨ 'ਚ ਘੁੰਮੀ ਜਾਣਾ। ਸਹੀ ਗੱਲ ਹੈ। ਇਹ ਨਾ ਇੱਕ ਹੋਰ ਕਨਸੈਪਟ ਹੁੰਦਾ, ਕਈ ਲੋਕੀ ਕਹਿੰਦੇ ਵੀ ਯਾਰ ਤੁਸੀਂ ਤਾਂ ਬੜੇ ਮੀਨ ਹੋ, ਤੁਸੀਂ ਆਪਣਾ ਹੀ ਸੋਚਦੇ ਹੋ। ਇਹਦਾ ਨਾ ਇੱਕ ਇੰਗਲਿਸ਼ ਵਰਡ ਸੈਲਫਿਸ਼ ਹੈ, ਵੀ ਤੁਸੀਂ ਸੈਲਫਿਸ਼ ਹੋ ਯਾਰ, ਤੁਸੀਂ ਆਪਣੇ ਬਾਰੇ ਪਹਿਲਾਂ ਸੋਚਦੇ ਹੋ। ਮੈਂ ਇਹਦਾ ਮੀਨਿੰਗ ਹਿੰਦੀ 'ਚ ਜ਼ਿਆਦਾ ਬਿਲੀਵ ਕਰਦਾ। ਹਿੰਦੀ 'ਚ ਕੀ ਕਹਿੰਦੇ ਸੈਲਫਿਸ਼ ਨੂੰ? ਸਵਾਰਥੀ। ਸਵਾਰਥੀ ਦਾ ਅਗਰ ਆਪਾਂ ਮੀਨਿੰਗ ਫਾਈਂਡ ਆਊਟ ਕਰੀਏ ਨਾ, ਸਵਾ ਅਰਥ, ਸਵਯੰ ਦਾ ਅਰਥ ਸਮਝਣ ਵਾਲਾ ਹੁੰਦਾ ਸਵਾਰਥੀ। ਬਿਲਕੁਲ ਹੈ, ਅਗਰ ਸਵਯੰ ਦਾ ਅਰਥ ਜਾਣਨਾ ਸਵਾਰਥੀ ਹੈ ਤੇ ਸੈਲਫਿਸ਼ ਇੰਗਲਿਸ਼ 'ਚ ਨਾ ਸਵਾਰਥੀ ਹੋਣਾ ਬਹੁਤ ਵਧੀਆ। ਸਵਾਰਥੀ ਹੋ ਜਾਓ ਫਿਰ ਤਾਂ ਤੁਸੀਂ, ਪਹਿਲਾਂ ਆਪਣਾ ਅਰਥ ਲੱਭੋ, ਫਿਰ ਤੁਸੀਂ ਦੂਸਰੇ ਨੂੰ ਕੁਝ ਬੋਲੋ। ਬਟ ਅੱਜ ਦੀ ਡੇਟ 'ਚ ਅਸੀਂ ਆਪਣੇ ਆਪ ਨੂੰ ਪਿਆਰ ਨਾ ਕਰਕੇ ਅਸੀਂ ਦੂਜਿਆਂ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਦੁਖੀ ਰਹਿੰਦੇ ਹਾਂ। ਆਈ ਥਿੰਕ ਸ਼ੁਰੂਆਤ ਆਪਣੇ ਆਪ ਤੋਂ ਹੋਣੀ ਚਾਹੀਦੀ। ਫਸਟ ਲਵ ਯੋਰਸੈਲਫ ਦੈਨ ਆਫਟਰ ਅਦਰਸ। ਤੁਸੀਂ ਅਗਰ ਖੁਦ ਨੂੰ ਲਵ ਕਰਦੇ ਹੀ ਨਹੀਂ ਨਾ, ਤੁਸੀਂ ਦੂਸਰੇ ਨੂੰ ਕਰ ਹੀ ਨਹੀਂ ਸਕਦੇ। ਉਹ ਝੂਠਾ ਲਵ ਹੈ। ਅਗਰ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰ ਸਕਦੇ ਨਾ, ਦੂਸਰੇ ਨੂੰ ਪਿਆਰ ਕਰ ਹੀ ਨਹੀਂ ਸਕਦੇ। ਇਹ ਤਾਂ 100% ਚੀਜ਼ ਹੈ। ਮੈਂ ਇਕੱਲਾ ਬੈਠਾ, ਮੈਂ ਇਕੱਲਾ ਬੋਰ ਹੋ ਗਿਆ, ਮੈਨੂੰ ਇਕੱਲਾ ਰੋਣਾ ਆ ਗਿਆ, ਮੈਂ ਆਪਣੀ ਕੰਪਨੀ ਨੂੰ ਇੰਜੋਏ ਨਹੀਂ ਕਰ ਰਿਹਾ। ਇਹਦਾ ਮਤਲਬ ਮੈਂ ਬਹੁਤ ਗੰਦੀ ਸੰਗਤ 'ਚ ਹੋਇਆ ਨਾ। ਆਪਾਂ ਕਹਿੰਦੇ ਨਾ ਗੰਦੀ ਸੰਗਤ ਵਿੱਚ ਖਰਾਬ ਹੁੰਦਾ ਬੰਦਾ। ਤੇ ਜੇ ਮੈਂ ਇਕੱਲਾ ਬੈਠਾ ਰੋ ਰਿਹਾ ਜਾਂ ਮੈਨੂੰ ਉਦਾਸੀ ਆ ਰਹੀ ਹੈ, ਤਾਂ ਮਤਲਬ ਮੈਂ ਇਕੱਲਾ ਆਪਣੀ ਸੰਗਤ 'ਚ ਗਲਤ ਹਾਂ। ਦੈਟ ਮੀਨਸ ਮੇਰੀ ਸੰਗਤ ਗਲਤ ਹੋ ਗਈ। ਤੇ ਹੁਣ ਮੈਂ ਦੂਸਰਿਆਂ ਤੋਂ ਕਿਵੇਂ ਐਕਸਪੈਕਟ ਕਰਦਾ ਕਿ ਉਹ ਮੇਰੀ ਲਾਈਫ ਦੇ ਵਿੱਚ ਆ ਕੇ ਜਾਂ ਉਹ ਮੇਰੇ ਨਾਲ ਬੈਠ ਕੇ ਇੰਜੋਏ ਕਰ ਸਕਦੇ ਆ? ਨਹੀਂ ਕਰ ਸਕਦੇ। ਤੁਸੀਂ ਜਦੋਂ ਤੱਕ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਨਾ, ਤੁਸੀਂ ਨਾ ਤਾਂ ਦੂਸਰੇ ਨੂੰ ਪਿਆਰ ਕਰ ਸਕਦੇ ਹੋ, ਨਾ ਐਕਸਪੈਕਟ ਕਰ ਸਕਦੇ ਹੋ ਕਿ ਦੂਸਰਾ ਤੁਹਾਨੂੰ ਪਿਆਰ ਕਰ ਸਕਦਾ। 100% ਨਹੀਂ ਕਰ ਸਕਦਾ। ਸੋ ਸਪਿਰਿਚੁਅਲ ਅਵੇਕਨਿੰਗ ਦੀ ਗੱਲ ਕਰਦੇ ਹਾਂ, ਕਿਵੇਂ ਗਾਈਡ ਕਰਦੇ ਹੋ ਆਪਣੇ ਕਲਾਇੰਟਸ ਨੂੰ ਕਿ ਤੁਸੀਂ ਕਿ ਕਿਵੇਂ ਸਪਿਰਿਚੁਅਲ ਅਵੇਕਨਿੰਗ ਕਰਨੀ ਆ? ਸਪਿਰਿਚੁਅਲ ਅਵੇਕਨਿੰਗ ਦੇ ਕਾਫੀ ਮੈਥਡਸ ਹੁੰਦੇ ਨੇ। ਮੰਤਰ ਉਚਾਰਨ, ਚੈਂਟਿੰਗ ਜਿਹੜੀ ਹੁੰਦੀ ਆ, ਉਹ ਸਭ ਤੋਂ ਇੱਕ ਸਰਲ ਮੈਥਡ ਮੰਨਿਆ ਜਾਂਦਾ ਹੈ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਆਪਾਂ ਵੀ ਮੈਡੀਟੇਸ਼ਨ ਦੀ ਗੱਲ ਕਰ ਲੈਂਦੇ ਹਾਂ, ਮੈਡੀਟੇਸ਼ਨ ਦਾ ਮਤਲਬ ਹੈ ਚਿੰਨ ਮੁਦਰਾ 'ਚ ਬੈਠ ਜਾਓ, ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ। ਉਹ ਜਿਹੜਾ ਨਾਰਮਲ ਬਿਗਨਰ ਹੋਏਗਾ ਨਾ, ਉਹਦੇ ਦਿਮਾਗ 'ਚ ਹਜ਼ਾਰਾਂ ਥੋਟਸ ਚੱਲਦੇ ਰਹਿਣਗੇ। ਉਹ ਹਜ਼ਾਰਾਂ ਥੋਟਸ ਦੇ ਕਰਕੇ ਇੰਨਾ ਜ਼ਿਆਦਾ ਪ੍ਰੈਸ਼ਰਾਈਜ਼ ਹੋ ਜਾਏਗਾ, ਉੱਠ ਜਾਏਗਾ ਯਾਰ। 2 ਦਿਨ ਕਰੇਗਾ, 3 ਦਿਨ ਕਰੇਗਾ, ਉਹਨੂੰ ਸਮਝ ਨਹੀਂ ਆਊਗੀ ਕੀ ਕਰਨਾ ਹੈ। ਦਿਮਾਗ ਸੋਚਾਂ ਕਿਤੇ ਹੋਰ ਹੋਣਗੀਆਂ ਤੇ ਬੈਠਾ ਹੋਏਗਾ ਬਸ ਚੌਂਕੜੀ ਮਾਰ ਕੇ। ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਜੇ ਤੁਸੀਂ ਮੰਤਰ ਉਚਾਰਨ ਕਰਦੇ ਹੋ ਨਾ, ਕੋਈ ਵੀ ਉਚਾਰਨ ਕਰਦੇ ਹੋ, ਵਾਹਿਗੁਰੂ ਦਾ ਉਚਾਰਨ ਕਰੋ, ਓਮ ਨਮः ਸ਼ਿਵਾਏ ਦਾ ਕਰੋ, ਹਰੇ ਕ੍ਰਿਸ਼ਨਾ ਦਾ ਕਰੋ, ਜਿਹੜਾ ਮਰਜ਼ੀ ਕਰੋ,
ਪਰ ਤੁਸੀਂ ਇੱਕ ਮੰਤਰ ਨੂੰ ਫੜ ਕੇ ਜਦੋਂ ਰਿਪੀਟ ਕਰਦੇ ਰਹਿੰਦੇ ਹੋ ਨਾ, ਉਹ ਤੁਹਾਡੇ ਮਲਟੀਪਲ ਥਾਟਸ ਸਿੰਗੂਲਰ ਥਾਟ 'ਚ ਚਲੇ ਜਾਂਦੇ ਨੇ। ਮਤਲਬ ਇੱਕ ਥਾਟ ਆ ਰਿਹਾ ਹੈ ਕਿ ਯਾਰ ਮੇਰਾ ਵਿਆਹ ਹੋਊ, ਉਹ ਇੱਕ ਬੋਲ ਰਿਹਾ ਪੈਸਾ ਆਊ, ਇੱਕ ਬੋਲ ਰਿਹਾ ਯਾਰ ਉਹਨੇ ਮੇਰਾ ਨਾਲ ਬ੍ਰੇਕਅਪ ਕਰ ਲਿਆ, ਇੱਕ ਬੋਲ ਰਿਹਾ ਕੁਝ ਅੱਗੋਂ ਫਿਊਚਰ 'ਚ ਕੀ ਹੋਊਗਾ, ਮੇਰਾ ਬਿਜ਼ਨਸ ਸਹੀ ਗਰੋ ਕਰੂਗਾ। ਇੱਧਰ ਉੱਧਰ ਸਾਰੇ ਥਾਟਸ ਚੱਲਦੇ। ਤੁਸੀਂ ਬੈਠੇ ਮੈਡੀਟੇਸ਼ਨ ਕਰਿਓ। ਬੇਵਕੂਫ ਤੁਸੀਂ ਆਪਣੇ ਆਪ ਨੂੰ ਹੀ ਬਣਾ ਰਹੇ ਹੋ, ਹੋਰ ਕਿਸੇ ਨੂੰ ਨਹੀਂ ਬਣਾ ਰਹੇ। ਉਹ ਮੈਡੀਟੇਸ਼ਨ ਨਹੀਂ ਹੋ ਸਕਦੀ। ਹੁਣ ਤੁਸੀਂ ਉਹ ਥਾਟਸ ਨੂੰ ਆਪਣਾ ਗੈਸਟ ਸਮਝੋ ਕਿ ਜਿਵੇਂ ਇੱਕ ਮਹਿਮਾਨ ਆਉਂਦਾ ਨਾ ਸਾਡੇ ਘਰੇ, ਉਹਨੇ ਰਹਿਣਾ ਨਹੀਂ ਹੈ ਉੱਥੇ, ਉਹਨੇ ਆਉਣਾ ਤੇ ਚਲੇ ਜਾਣਾ। ਵਿਚਾਰ ਵੀ ਸਾਡੇ ਮਹਿਮਾਨ ਹੀ ਹੈ, ਉਹ ਆਉਂਦੇ ਨੇ ਤੇ ਚਲੇ ਜਾਂਦੇ ਨੇ। ਉਹਨਾਂ ਨੂੰ ਤੁਸੀਂ ਜੱਜ ਨਾ ਕਰਨ ਬੈਠੋ। ਉਹਨਾਂ ਦੇ ਅੰਦਰ ਹੋਰ ਪੋਜ਼ਿਟਿਵ ਨੈਗੇਟਿਵ ਨਾ ਸੋਚਣ ਬੈਠ ਜਾਓ ਕਿ ਯਾਰ ਪੈਸਾ ਹੋਊਗਾ ਤਾਂ ਇਹ ਕਰੂੰਗਾ, ਇਹ ਹੋਊਗਾ ਤਾਂ ਇਹ ਕਰੂੰਗਾ। ਉਹ ਖਰਾਬ ਹੋ ਜਾਂਦੀ ਗੱਲ। ਥਾਟ ਆਇਆ, ਓਕੇ, ਤੁਸੀਂ ਉਸੇ ਟਾਈਮ ਕਿਹਾ ਵਾਹਿਗੁਰੂ, ਦਿਮਾਗ ਦੇ ਵਿੱਚ ਇੱਕੋ ਦਮ ਸ਼ਾਂਤੀ ਆ ਗਈ। ਇੱਕੋ ਦਮ ਮਲਟੀਪਲ ਥਾਟਸ ਤੋਂ ਆ ਗਿਆ ਸਿੰਗੂਲਰ ਥਾਟ ਵਾਹਿਗੁਰੂ। ਹੁਣ ਵਾਹਿਗੁਰੂ ਨੂੰ ਜਦੋਂ ਤੁਸੀਂ ਰਿਪੀਟ ਕਰਦੇ ਰਹੋਗੇ ਨਾ, ਬਾਰ-ਬਾਰ ਰਿਪੀਟ ਕਰਦੇ ਰਹੋਗੇ, ਉਹ ਤੁਹਾਡਾ ਵਾਹਿਗੁਰੂ ਦਾ ਜਿਹੜਾ ਨਾ, ਉਹ ਵੀ ਜਾਪ ਜਿਹੜਾ ਨਾ ਹੌਲੀ ਹੌਲੀ ਸਾਇਲੈਂਸ 'ਚ ਚਲਾ ਜਾਊਗਾ। ਤੁਸੀਂ ਸ਼ਾਂਤ ਹੋਣ ਲੱਗ ਜਾਓਗੇ, ਰਿਲੈਕਸ ਹੋਣ ਲੱਗ ਜਾਓਗੇ। ਮਾਈਂਡ ਅੰਦਰੋਂ ਦੀ ਜ਼ੀਰੋ ਥਾਟਸ 'ਚ ਚਲਾ ਜਾਏਗਾ। ਜਿਵੇਂ ਆਪਣੇ ਇੱਕ ਗਾਣਾ ਵੀ ਹੈਗਾ ਨਾ, शिव समा रहे हैं मुझ में और मैं शून्य हो रहा हूँ। ਇਹਦਾ ਵੀ ਇਹੀ ਮਤਲਬ ਹੈ ਵੀ ਤੁਸੀਂ ਜਦੋਂ ਰੱਬ ਦਾ ਨਾਮ ਲੈ ਰਹੇ ਹੋ, ਉਹ ਜਦੋਂ ਤੁਹਾਡੇ ਅੰਦਰ ਵਸ ਜਾਂਦਾ, ਤੁਸੀਂ ਸ਼ੂਨਯ ਚਲੇ ਜਾਂਦੇ ਹੋ, ਸ਼ੂਨਯ 'ਚ ਹੋ ਜਾਂਦੇ ਹੋ। ਜ਼ੀਰੋ ਸਟੇਟ, ਥਾਟਲੈਸਨੈਸ। ਤੁਸੀਂ ਡਿਜ਼ਾਇਰਸ ਦੀ ਗੱਲ ਕੀਤੀ ਹੈ, ਕਹਿੰਦੇ ਇੱਛਾ ਰੱਖਣਾ ਪਾਪ ਹੁੰਦਾ ਹੈ ਨਾ। ਜਿੰਨੀਆਂ ਸਾਡੇ ਅੰਦਰ ਇੱਛਾਵਾਂ ਹੁੰਦੀਆਂ, ਉਨਾ ਅਸੀਂ ਇਨਲਾਈਟਨਮੈਂਟ ਤੋਂ ਦੂਰ ਹੁੰਦੇ ਜਾਂਦੇ ਹਾਂ। ਸੋ ਬਟ ਕਹਿੰਦੇ ਪੈਸਾ ਖੁਦਾ ਨਹੀਂ ਪਰ ਖੁਦਾ ਸੇ ਕਮ ਨਹੀਂ, ਰੋਟੀ ਕੱਪੜਾ ਮਕਾਨ ਇਹ ਤਿੰਨ ਮੁੱਢਲੀਆਂ ਲੋੜਾਂ ਹੈ ਨਾ ਇਨਸਾਨ ਦੀਆਂ। ਫਿਰ ਜੇ ਬੰਦੇ ਕੋਲ ਉਹ ਨਹੀਂ ਹੈ, ਫਿਰ ਉਹ ਕਿੱਦਾਂ ਸਪਿਰਿਚੁਅਲ ਅਵੇਕਨਿੰਗ ਵੱਲ ਜਾਊਗਾ? ਮੀਨਸ ਜਦ ਕਿ ਉਹਨੂੰ ਪਤਾ ਹੈ ਕਿ ਸਡਨਲੀ ਉਹਦੀ ਡੈਥ ਹੋ ਜਾਣੀ ਤੇ ਨਥਿੰਗ ਵਿਲ ਗੋ ਵਿਦ ਹਿਮ, ਹੈ ਨਾ। ਬਟ ਫਿਰ ਵੀ ਮਤਲਬ ਜੀਣ ਲਈ ਇਹ ਚੀਜ਼ਾਂ ਜ਼ਰੂਰੀ ਹੈ। ਫਿਰ ਇਹਨਾਂ ਦੇ ਨਾਲ ਅਸੀਂ ਸਪਿਰਿਚੁਅਲ ਅਵੇਕਨਿੰਗ ਕਰ ਸਕਦੇ ਹਾਂ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਕਨਸੈਪਟ ਦੱਸਿਆ, ਡਿਟੈਚ ਹੋ ਕੇ ਜੀਣ ਨੂੰ ਕਹਿੰਦੇ ਆ। ਡਿਟੈਚ ਹੋ ਕੇ ਅਗਰ ਤੁਸੀਂ ਭੌਤਿਕ ਜੀਵਨ ਨੂੰ ਵੀ ਜੀਣਾ, ਪਰ ਨਾਲ ਸਪਿਰਿਚੁਅਲਿਟੀ ਵੱਲ ਵੀ ਜਾਣਾ। ਜੇ ਜਾਨਵਰ ਵੀ ਸਵੇਰੇ ਉੱਠ ਕੇ ਆਪਣਾ ਖਾਂਦਾ ਵਾ, ਇੱਕ ਚਿੜੀ ਉੱਠਦੀ ਹੈ ਸਵੇਰੇ, ਉਹਦਾ ਕਿ ਕੀੜੇ ਲੱਭੋ ਜਾਂ ਦਾਣੇ ਲੱਭੋ, ਉਹ ਦਾਣੇ ਲਿਆ ਕੇ ਆਪਣੇ ਉਹਦੇ 'ਚ ਪਾ ਲੈਂਦੀ ਹੈ ਘੋਂਸਲੇ 'ਚ, ਤੇ ਨਾਲ ਅੱਗੋਂ ਪ੍ਰੋਡਿਊਸ ਕਰਦੀ, ਅੰਡੇ ਦਿੰਦੀ ਹੈ। ਚਲੋ ਜੀ, ਉਹਦਾ ਵਧੀਆ, ਇੱਕ ਦਿਨ ਉਹਨੇ ਵੀ ਮਰ ਜਾਣਾ। ਤੁਸੀਂ ਵੀ ਐਜ਼ ਅ ਇਨਸਾਨ ਉਹੀ ਕਰਦੇ ਪਿਓ। ਸਵੇਰੇ ਉੱਠਦੇ ਹੋ, ਨੌਕਰੀ ਜਾਂਦੇ ਹੋ, ਖਾਂਦੇ ਪੀਂਦੇ ਹੋ, ਕੰਮ ਕਰਦੇ ਹੋ, ਵਿਆਹ ਕਰ ਦਿੰਦੇ ਹੋ, ਉਸ ਤੋਂ ਬਾਅਦ ਬੱਚੇ ਪੈਦਾ ਕਰਦੇ ਹੋ, ਘਰ ਬਣਾਉਂਦੇ ਹੋ, ਤੇ ਠੀਕ ਹੈ। ਫਿਰ ਚਿੜੀ ਤੇ ਤੁਹਾਡੇ 'ਚ ਫਰਕ ਕੀ ਹੋਇਆ? ਚਿੜੀ ਦੀ ਕੌਨਸ਼ੀਅਸਨੈਸ ਇੰਨੀ ਕੁ ਹੈ, ਤੁਹਾਡੀ ਕੌਨਸ਼ੀਅਸਨੈਸ ਇੰਨੀ ਐਕਸਪੈਂਡਡ ਹੈ। ਆਪਾਂ ਇੰਨੀ ਗੱਲ ਕਰ ਪਾ ਰਹੇ ਹਾਂ, ਚਿੜੀਆਂ ਨਹੀਂ ਗੱਲ ਕਰ ਪਾਉਂਦੀਆਂ। ਤੇ ਆਪਣੀ ਐਕਸਪੈਂਡਡ ਕੌਨਸ਼ੀਅਸਨੈਸ ਨੂੰ ਆਪਾਂ ਯੂਟੀਲਾਈਜ਼ ਕਿੱਥੇ ਕੀਤਾ? ਉਸੇ ਜੀਵਨ 'ਚ ਅਗਰ ਯੂਟੀਲਾਈਜ਼ ਕਰਕੇ ਜਾਵਾਂਗੇ ਜਿਵੇਂ ਦਾ ਚਿੜੀ ਕੁੱਤਾ ਕਰ ਰਿਹਾ, ਫਿਰ ਆਪਾਂ ਕੁੱਤੇ ਬਿੱਲੀ ਵਰਗੇ ਹੀ ਹੋਏ। ਫਿਰ ਫਾਇਦਾ ਕੀ ਹੋਇਆ ਇਸ ਹਿਊਮਨ ਬਰਥ ਦਾ? ਜੇ ਤੁਸੀਂ ਇਹਦਾ ਕਨਸੈਪਟ ਸਮਝਣਾ ਨਾ, ਇੱਕ ਹੋਰ ਕਨਸੈਪਟ ਹੁੰਦਾ 7 ਚੱਕਰਾਸ ਦਾ ਕਨਸੈਪਟ ਹੁੰਦਾ। ਕਨਸੈਪਟਸ ਬੜੇ ਨੇ, ਇੱਕ ਮੈਸਲੋ ਹਾਇਰਾਰਕੀ ਟ੍ਰਾਇੰਗਲ ਵੀ ਆਉਂਦਾ, ਉਹ ਵੀ ਤੁਹਾਨੂੰ ਮੈਂ ਦੱਸ ਦਾਂਗਾ। 7 ਚੱਕਰਾਸ ਦਾ ਕਨਸੈਪਟ ਹੈ ਕਿ ਸਭ ਤੋਂ ਰੂਟ ਚੱਕਰਾ ਨਾ ਜਿਹੜਾ ਮੂਲਧਾਰ ਚੱਕਰਾ, ਜਿਹੜਾ ਸਾਡੇ ਐਕਸਕ੍ਰੀਟਰੀ ਪੁਆਇੰਟਸ ਦੇ ਸੈਂਟਰ 'ਚ ਹੁੰਦਾ ਵਾ, ਮੂਲਧਾਰ ਚੱਕਰਾ ਹੁੰਦਾ ਰੋਟੀ ਕੱਪੜਾ ਮਕਾਨ, ਜਿਹੜੀ ਤੁਸੀਂ ਗੱਲ ਕਰਦੇ ਹੋ। ਜੇ ਬੰਦਾ ਉੱਤੇ ਹੀ ਹੈ ਨਾ, ਫਿਰ ਉਹਦਾ ਜੀਵਨ ਕਦੀ ਉੱਪਰ ਜਾ ਹੀ ਨਹੀਂ ਪਾਊਗਾ। ਰੂਟ ਚੱਕਰਾ ਦੇ ਉੱਪਰ ਆਉਂਦਾ ਸੈਕਰਲ ਚੱਕਰਾ, ਜਿਹੜਾ ਕਿ ਰੀਪਰੋਡਕਟਿਵ ਔਰਗਨਸ ਤੇ ਆ। ਇਹ ਇੰਗਲਿਸ਼ ਕਨਸੈਪਟ ਨਹੀਂ ਹੈ, ਕੋਈ ਵੈਸਟਰਨ ਫਿਲਾਸਫੀ ਨਹੀਂ ਹੈ, ਈਸਟਰਨ ਫਿਲਾਸਫੀ ਹੀ ਹੈ। ਰਾਮਾਇਣ ਦਾ 2nd ਐਪੀਸੋਡ ਦੇਖ ਲੈਣਾ, YouTube ਤੇ ਪਿਆ, ਉਹਦੇ ਵਿੱਚ ਦੱਸਿਆ ਗਿਆ। ਉਹਦੇ ਵਿੱਚ ਮੂਲਧਾਰ ਚੱਕਰਾ ਹੁੰਦਾ ਰੂਟ ਚੱਕਰਾ, ਸਵਾਦਿਸ਼ਟਾਨ ਚੱਕਰਾ ਜਿਹੜਾ ਕਿ ਸੈਕਰਲ ਚੱਕਰਾ, ਫਿਰ ਮਨੀਪੁਰ ਚੱਕਰਾ, ਅਨਹਦ ਚੱਕਰਾ, ਵਿਸ਼ੁੱਧੀ ਚੱਕਰਾ, ਅਜਨ ਚੱਕਰਾ, ਸਹਸਰਾ ਚੱਕਰਾ। ਇਹ 7 ਚੱਕਰਾਸ ਨੇ ਸਾਡੇ ਬੋਡੀ 'ਚ। ਇਹ ਸਾਰੇ ਕੁਛ ਨਾ ਕੁਛ ਡਿਪਿਕਟ ਕਰ ਰਹੇ ਨੇ। ਜਿਵੇਂ ਕਿ ਮੂਲਧਾਰ ਚੱਕਰਾ ਤੋਂ ਸਾਡੀ ਰੋਟੀ ਕੱਪੜਾ ਮਕਾਨ, ਫਿਰ ਜਿਹੜਾ ਸਵਾਦਿਸ਼ਟਾਨ ਆਉਂਦਾ ਉਹ ਸੈਕਸ਼ੂਅਲ ਐਨਰਜੀਜ਼ ਵਾਸਤੇ ਹੁੰਦਾ। ਮਨੀਪੁਰ ਚੱਕਰਾ ਹੁੰਦਾ ਜਿਹੜਾ ਆਪਾਂ ਨੂੰ ਬ੍ਰਹਮ ਮੂਰਤ, ਜਿਵੇਂ ਬ੍ਰਹਮ ਐਨਰਜੀਜ਼ ਦੇ ਰਿਹਾ। ਬ੍ਰਹਮ ਐਨਰਜੀਜ਼ ਹੁੰਦੀਆਂ ਕੁਝ ਕ੍ਰੀਏਟ ਕਰਨ ਦੀ ਇੱਛਾ, ਕੁਝ ਕੰਮ ਕਰਨ ਦੀ ਇੱਛਾ। ਮਨੀ ਦਾ ਵੀ ਇੱਥੋਂ ਹੀ ਨਿਕਲਦਾ, ਕ੍ਰੀਏਸ਼ਨ ਸਾਰੀ ਇੱਥੋਂ ਹੋ ਰਹੀ ਹੈ। ਅਨਹਦ ਚੱਕਰਾ ਇਜ਼ ਫॉर ਰਿਲੇਸ਼ਨਸ਼ਿਪਸ ਵਿਦ ਸੈਲਫ ਆਲਸੋ, ਰਿਲੇਸ਼ਨਸ਼ਿਪਸ ਵਿਦ ਅਦਰਸ ਆਲਸੋ, ਰਿਲੇਸ਼ਨਸ਼ਿਪ ਵਿਦ ਗੋਡ ਆਲਸੋ। ਅਨਹਦ ਚੱਕਰਾ ਜਿਹੜਾ ਬੈਲੈਂਸ ਕਰਦਾ ਤੁਹਾਡੇ ਸਪਿਰਿਚੁਅਲ ਨੂੰ ਤੇ ਮਟੀਰੀਅਲ ਨੂੰ। ਜੇ ਤੁਹਾਡਾ ਇਹ ਇੰਬੈਲੈਂਸਡ ਨਾ ਅਨਹਦ ਚੱਕਰਾ, ਨਾ ਤੁਹਾਡਾ ਸਪਿਰਿਚੁਅਲਿਟੀ ਵੱਲ ਧਿਆਨ ਲੱਗੂਗਾ, ਨਾ ਤੁਹਾਡਾ ਮਟੀਰੀਅਲ ਵਿੱਚ ਗਰੋਥ ਹੋਏਗਾ। ਜੇ ਤੁਸੀਂ ਮਟੀਰੀਅਲ ਦੇ ਵਿੱਚ ਪੂਰੀ ਤਰ੍ਹਾਂ ਗਰੋ ਕਰ ਰਹੇ ਹੋ, ਫਿਰ ਤੁਹਾਡੀਆਂ ਜਿਹੜੀਆਂ ਐਨਰਜੀਜ਼ ਆ ਉਹ ਥੱਲੜੇ 3 ਚੱਕਰਾਂ 'ਤੇ ਹੀ ਬੈਠੀਆਂ, ਰੂਟ ਚੱਕਰਾ, ਸਵਾਦਿਸ਼ਟਾਨ ਚੱਕਰਾ ਐਂਡ ਮਨੀਪੁਰ ਚੱਕਰਾ। ਇਹ ਤਿੰਨਾਂ 'ਤੇ ਹੀ ਬੈਠੀ ਹੈ। ਇਹਨਾਂ ਦਾ ਕਲਰ ਹੁੰਦਾ ਰੈੱਡ, ਔਰੇਂਜ ਐਂਡ ਯੈਲੋ। ਹੁਣ ਜੇ ਤੁਸੀਂ ਇਹਨਾਂ ਸਾਰਿਆਂ ਤੋਂ ਅਪਲਿਫਟ ਕਰ ਲਿਆ, ਜੇ ਤੁਸੀਂ ਅਪਲਿਫਟ ਹੋ ਕੇ ਅਨਹਦ ਚੱਕਰਾ ਤੋਂ ਵੀ ਉੱਪਰ ਚਲੇ ਗਏ, ਵਿਸ਼ੁੱਧੀ ਤੋਂ ਵੀ ਉੱਪਰ ਚਲੇ ਗਏ, ਫਿਰ ਆਉਂਦੀ ਇੱਥੇ ਐਨਰਜੀ। ਇਹ ਹੈਗਾ ਵਾ ਦਸਮ ਦੁਆਰ ਤੁਹਾਡਾ।
ਅਜਨ ਚੱਕਰ, ਥਰਡ ਆਈ ਚੱਕਰ, ਜਿੱਥੇ ਸ਼ਿਵ ਜੀ ਦੀ ਵੀ ਅੱਖ ਹੁੰਦੀ ਨਾ, ਤੀਜਾ ਨੇਤਰ। ਇਹ ਕੀ ਹੈ? ਇਹ ਹੈ ਕਿ ਜਦੋਂ ਤੁਸੀਂ ਆਹ ਵਾਲੀਆਂ ਅੱਖਾਂ ਨਾਲ ਸਾਰੀ ਦੁਨੀਆ ਨੂੰ ਇੰਜੋਏ ਕਰ ਲਿਆ, ਹੁਣ ਤੁਸੀਂ ਆਹ ਅੱਖਾਂ ਬੰਦ ਕਰਕੇ ਇਹਨੂੰ ਖੋਲ੍ਹ ਲਿਆ, ਤੀਸਰੀ ਅੱਖ ਖੁੱਲ੍ਹ ਜਾਂਦੀ ਹੈ। ਫਿਰ ਤੁਹਾਡੀ ਸਾਈਕਿਕ ਅਬਿਲਿਟੀ ਵੀ ਇਨਕਰੀਜ਼ ਹੋ ਜਾਂਦੀ ਹੈ, ਤੁਹਾਨੂੰ ਆਹ ਦੁਨੀਆ ਵੀ ਝੂਠੀ ਲੱਗਣ ਲੱਗ ਜਾਂਦੀ ਹੈ, ਸਮਝ ਆ ਜਾਂਦਾ ਹੈ ਕਿ ਯਾਰ ਹੈ ਤਾਂ ਝੂਠੀ ਪਰ ਚਲੋ ਇੰਜੋਏ ਵੀ ਕਰ ਲੈਂਦੇ ਹਾਂ ਨਾਲ। ਇਹ ਰੀਅਲਾਈਜੇਸ਼ਨ ਦੇ ਨਾਲ ਜਦੋਂ ਕੋਈ ਇੰਜੋਏ ਕਰਦਾ ਨਾ, ਫਿਰ ਲਾਈਫ ਇੰਜੋਏਬਲ ਵੀ ਹੁੰਦੀ ਹੈ ਅਤੇ ਸਪਿਰਿਚੁਅਲ ਵੀ ਹੋ ਜਾਂਦੀ ਹੈ। ਇਸ ਤੋਂ ਉੱਪਰ ਜਿਹੜੀ ਜਾਂਦੀ ਹੈ ਨਾ ਐਨਰਜੀ ਸਹਸਤਰਾ ਚੱਕਰਾਂ 'ਤੇ, ਉਹ ਹੋ ਜਾਂਦੀ ਹੈ ਸਾਇਲੈਂਸ। ਉੱਥੇ ਥਰਡ ਆਈ ਵੀ ਨਹੀਂ ਹੈ, ਉੱਥੇ ਬਸ ਸ਼ਾਂਤ, ਉੱਥੇ ਕੁਝ ਵੀ ਨਹੀਂ ਹੈ, ਉੱਥੇ ਕੁਝ ਵੀ ਨਹੀਂ ਹੈਗਾ। ਜਿਹੜਾ ਆਪਾਂ ਰੱਬ ਲੱਭਦੇ ਪਏ ਨਾ, ਉਹ ਰੱਬ ਉੱਥੇ ਹੀ ਹੈ ਕਹਿ ਲਓ। ਉਹ ਰੀਅਲਾਈਜੇਸ਼ਨ ਹੈ ਕਿ ਮੈਂ ਹੀ ਰੱਬ ਹਾਂ, ਅਹਮ ਬ੍ਰਹਮਸਮੀ ਦਾ ਕਨਸੈਪਟ, ਹਰੀਜਨ ਹਰ ਅੰਤਰ ਨਹੀਂ, ਅੱਪਾ ਸ਼ੋ ਪਰਮੱਪਾ ਜੈਨਿਜ਼ਮ ਦਾ, ਆਤਮਾ ਹੀ ਪਰਮਾਤਮਾ ਹੈ। ਇਹਦੀ ਰੀਅਲਾਈਜੇਸ਼ਨ ਜਦੋਂ ਹੋ ਜਾਂਦੀ ਹੈ ਨਾ, ਤੁਹਾਨੂੰ ਸਮਝ ਆ ਜਾਂਦੀ ਹੈ ਰੱਬ ਹੋਰ ਕੋਈ ਨਹੀਂ ਸੀ, ਮੈਂ ਹੀ ਸੀਗਾ ਰੱਬ। ਬਟ ਗੀਤਾ ਵਿੱਚ ਲਿਖਿਆ ਜਿਹੜੇ ਸਿੰਗਲ ਇਨਸਾਨ ਹੁੰਦੇ ਨੇ ਹੈ ਨਾ, ਉਹਨਾਂ ਨੂੰ ਰੱਬ ਨਹੀਂ ਮਿਲਦਾ, ਮਤਲਬ ਰੱਬ ਜੰਗਲਾਂ ਵਿੱਚ ਨਹੀਂ ਹੈ, ਰੱਬ ਹੈ ਗ੍ਰਹਿਸਥ ਜੀਵਨ 'ਚ। ਫਿਰ ਤੁਹਾਡੇ ਅਕੋਰਡਿੰਗ ਵਿਆਹ ਕਰਵਾਉਣਾ ਚਾਹੀਦਾ ਕਿ ਨਹੀਂ ਕਰਵਾਉਣਾ ਚਾਹੀਦਾ? ਵਿਆਹ ਕਰਵਾਓ। ਜਿਵੇਂ ਮੈਂ ਬਾਰ-ਬਾਰ ਉਸੇ ਪੁਆਇੰਟ 'ਤੇ ਤੁਹਾਨੂੰ ਕਹਿ ਰਿਹਾ ਨਾ ਕਿ ਡਿਟੈਚ ਹੋ ਕੇ ਲਾਈਫ ਨੂੰ ਅਗਰ ਜੀਣਾ ਆ ਗਿਆ ਨਾ, ਤੁਸੀਂ ਵਿਆਹ ਵੀ ਕਰਵਾਓਗੇ, ਤੁਸੀਂ ਆਪਣਾ ਫਿਜ਼ੀਕਲ ਵੀ ਹੋਵੋਗੇ, ਤੁਹਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪਊਗਾ। ਜਦੋਂ ਡਿਟੈਚ ਹੋਣ ਦਾ ਕੀ ਮਤਲਬ ਹੈ, ਪਹਿਲਾਂ ਆਪਾਂ ਉਹੀ ਸਮਝ ਲੈਂਦੇ ਹਾਂ। ਡਿਟੈਚਮੈਂਟ ਡਜ਼ ਨਾਟ ਮੀਨ ਯੂ ਓਨ ਨਥਿੰਗ, ਡਿਟੈਚਮੈਂਟ ਮੀਨਸ ਨਥਿੰਗ ਓਨਸ ਯੂ। ਤੁਸੀਂ ਕਿਸੇ ਚੀਜ਼ਾਂ ਦੇ ਵਾਸ 'ਚ ਨਹੀਂ ਆ ਰਹੇ। ਇਹ ਨਹੀਂ ਕਿ ਤੁਸੀਂ ਕੋਈ ਚੀਜ਼ਾਂ ਹੋਣਗੀਆਂ ਨਹੀਂ ਤੁਹਾਡੇ ਤੋਂ, ਹੋ ਸਕਦਾ ਬਹੁਤ ਅਮੀਰ ਵੀ ਹੋਵੋ ਤੁਸੀਂ, ਪਰ ਫਿਰ ਵੀ ਡਿਟੈਚ ਹੋ ਕੇ ਜੀ ਰਹੇ ਹੋ ਤੁਸੀਂ ਲਾਈਫ ਨੂੰ। ਡਿਟੈਚ ਹੋ ਕੇ ਲਾਈਫ ਨੂੰ ਜੀਣ ਦਾ ਕਨਸੈਪਟ ਹੈ ਕਿ ਤੁਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਨਾ, ਇਹਨਾਂ ਨੂੰ ਇੰਜੋਏ ਵੀ ਕਰੋਗੇ, ਪਰ ਅੰਦਰੋਂ ਦੀ ਆਪਣੇ ਮਨ ਨੂੰ ਇੰਨਾ ਜ਼ਿਆਦਾ ਡਿਜ਼ਾਇਰੇਬਲ ਨਹੀਂ ਬਣਾਓਗੇ ਕਿ ਹੋਰ ਆਵੇ, ਹੋਰ ਆਵੇ, ਹੋਰ ਆਵੇ, ਹੋਰ ਆਵੇ। ਜਦੋਂ ਤੁਸੀਂ ਪ੍ਰੈਜ਼ੈਂਟ 'ਚ ਸੈਟਿਸਫਾਈਡ ਹੈਗੇ ਹੋ ਨਾ, ਤੁਹਾਡਾ ਫਿਊਚਰ ਵੀ ਵਧੀਆ, ਤੁਹਾਡਾ ਪਾਸਟ ਵੀ ਸਹੀ ਹੈ। ਪ੍ਰੈਜ਼ੈਂਟ ਸੈਟਿਸਫੈਕਸ਼ਨ ਹੋਣੀ ਚਾਹੀਦੀ ਹੈ। ਸਾਹਾਂ ਦੇ ਉੱਤੇ ਤੁਹਾਡਾ ਫੋਕਸ ਜਿਹੜਾ ਉਹ ਪ੍ਰੈਜ਼ੈਂਟ 'ਚ ਹੋਣਾ ਚਾਹੀਦਾ। ਸਾਹ ਮੈਂ ਫਿਊਚਰ 'ਚ ਨਹੀਂ ਲੈ ਰਿਹਾ, ਸਾਹ ਮੈਂ ਪਾਸਟ 'ਚ ਨਹੀਂ ਲੈ ਰਿਹਾ, ਮੇਰਾ ਸਾਹ ਹੁਣ ਚੱਲਦਾ ਪਿਆ। 5 ਮਿੰਟ ਨਹੀਂ ਚੱਲੇਗਾ ਤੇ ਇਹ ਸਰੀਰ ਅਲੱਗ ਤੇ ਆਤਮਾ ਅਲੱਗ ਹੋ ਜਾਏਗੀ। ਮਤਲਬ ਇਹ ਸਾਹ ਹੀ ਜੋੜ ਕੇ ਬੈਠਿਆ ਨਾ ਸਾਨੂੰ। ਤੇ ਜੇ ਮੈਂ ਸਾਹਾਂ ਦੇ ਵੱਲ ਫੋਕਸ ਕਰਾਂਗਾ ਨਾ, ਤੇ ਮੈਂ ਪ੍ਰੈਜ਼ੈਂਟ 'ਚ ਆ ਜਾਊਂਗਾ। ਸਰ ਜੇ ਇੱਕ ਗੱਲ ਕਰੀਏ ਅੱਜ ਦੀ ਡੇਟ 'ਚ ਕਾਮ ਬਹੁਤ ਭਾਰੀ ਹੈ ਲੋਕਾਂ 'ਤੇ, ਕਾਮ ਤੇ ਲੋਭ ਹੈ ਨਾ, ਤੇ ਮੂੰਹ ਤਾਂ ਚਲੋ ਬਾਅਦ 'ਚੋਂ ਆ ਗਏ। ਜਿਵੇਂ ਕੋਈ ਇਨਸਾਨ ਬੁੜਾ ਵੀ ਹੋ ਜਾ, ਬਜ਼ੁਰਗ ਹੋ ਜਾਂਦਾ, ਉਹਦੀ ਏਜ 70 80 ਹੈ ਨਾ, ਬਟ ਉਹਦੀ ਜਿਹੜੀ ਵਾਸਨਾ ਹਮੇਸ਼ਾ ਬੱਚੀ ਰਹਿੰਦੀ ਹੈ। ਜਿਵੇਂ ਓਸ਼ੋ ਕਹਿੰਦੇ ਆ, ਉਸੇ ਵਾਸਨਾ ਕਰਕੇ ਅਸੀਂ ਰੀਕਾਰਨੇਸ਼ਨ ਵਿੱਚ ਆਉਂਦੇ ਹਾਂ। ਸੋ ਇਹ ਕਾਮ ਇੰਨਾ ਉਹ ਕਿਉਂ ਹੈ ਲੋਕਾਂ ਦਾ? ਲੋਕਾਂ ਨੂੰ ਕਿਉਂ ਇਨਲਾਈਟਮੈਂਟ, ਮਤਲਬ ਜਿਵੇਂ ਹੁਣ ਤੁਹਾਡੀ ਏਜ, ਤੁਹਾਡੀ 27 ਈਅਰਸ ਦਾ ਤੁਹਾਨੂੰ ਐਕਸਪੀਰੀਅੰਸ ਹੈ ਦੁਨੀਆਦਾਰੀ ਦਾ, ਉਹਨਾਂ ਨੂੰ ਤਾਂ 70 ਸਾਲ ਦਾ ਐਕਸਪੀਰੀਅੰਸ ਹੋ ਗਿਆ, ਫਿਰ ਵੀ ਉਹਦੀ ਅਵੇਕਨਿੰਗ ਨਹੀਂ ਹੋਈ। ਕਿਉਂ ਉਹਨਾਂ ਦਾ ਕਾਮ ਇੰਨਾ ਜ਼ਿਆਦਾ ਉਜਾਗਰ ਰਹਿੰਦਾ ਹੈਗਾ? ਦੇਖੋ, ਕਾਮ ਵਾਸਨਾ ਸਿੰਪਲੀ ਜੋ ਵੀ ਥੋਟ ਪ੍ਰੋਸੈਸਿਸ ਉਹਨਾਂ ਦੇ ਜਵਾਨੀ ਟਾਈਮ ਰਹੇ ਨਾ, ਉਹੀ ਹੈ। ਉਹਨਾਂ ਨੂੰ ਚੀਜ਼ਾਂ ਮਿਲੀਆਂ ਨਹੀਂ ਪ੍ਰੋਪਰਲੀ, ਉਹਨਾਂ ਨੇ ਇੰਜੋਏ ਨਹੀਂ ਕੀਤਾ, ਭੁੱਖੇ ਰਹਿ ਗਏ, ਤਾਂ ਇਸ ਲਈ ਉਹਨਾਂ ਦੀ ਵਾਸਨਾ ਅੱਗੇ ਤੱਕ ਚਲੀ ਜਾਂਦੀ ਹੈ। ਜੇ ਤੁਸੀਂ ਇਸ ਚੀਜ਼ ਨੂੰ ਨੋਰਮਲਾਈਜ਼ ਕਰ ਲਓ ਕਿ ਸੈਕਸ ਨੋਰਮਲ ਹੈ ਯਾਰ, ਅੱਜ ਦੀ ਡੇਟ 'ਚ ਤੁਸੀਂ ਇਹ ਵਰਡ ਬੋਲਦੇ ਵੀ ਤੁਹਾਨੂੰ ਇੱਕੋ ਦਮ ਜਿਵੇਂ ਕੋਈ ਵੀ ਸੁਸਾਇਟੀ ਦੇ ਵਿੱਚ ਬੋਲੋਗੇ ਨਾ, ਉਹਨਾਂ ਨੂੰ ਐਂ ਸ਼ਰਮ ਆ ਜਾਏਗੀ। ਸੈਕਸ ਦੇ ਕਰਕੇ ਤਾਂ ਤੁਸੀਂ ਪੈਦਾ ਹੋਏ ਹੋ, ਸੈਕਸ ਕਰਕੇ ਮੈਂ ਪੈਦਾ ਹੋਇਆ, ਜਿੰਨੇ ਵੀ ਵਿਊਅਰਸ ਦੇਖ ਰਹੇ ਹੋ ਵੀ ਇਸੇ ਕਰਕੇ ਪੈਦਾ ਹੋਏ ਨੇ। ਪਰ ਇਸ ਚੀਜ਼ ਨੂੰ ਜਦੋਂ ਇੱਕ ਤੁਸੀਂ ਪਲੇਜ਼ਰ ਫਾਰਮ 'ਚ ਲੈ ਕੇ ਜਾਂਦੇ ਹੋ ਨਾ, ਕਿ ਇਸ ਚੀਜ਼ ਦੇ ਨਾਲ ਪਲੇਜ਼ਰ ਆਉਂਦਾ, ਉਦੋਂ ਇਹ ਚੀਜ਼ ਖਰਾਬ ਹੋ ਜਾਂਦੀ ਹੈ। ਉਦੋਂ ਇਹਦੇ ਵਿੱਚ ਵਾਸਨਾ ਪੈਦਾ ਹੋ ਜਾਂਦੀ ਹੈ। ਵਾਸਨਾ ਜਿਹੜੀ ਪੈਦਾ ਹੁੰਦੀ ਹੈ ਨਾ, ਉਹ ਦਿਮਾਗ 'ਚ ਹੁੰਦੀ ਹੈ, ਉਹ ਆਰਗਨਸ 'ਚ ਨਹੀਂ ਪੈਦਾ ਹੋ ਰਹੀ। ਦਿਮਾਗ ਦੇ ਥੋਟਸ ਜਿਹੜੇ ਉਹਨਾਂ ਦੇ ਲਾਈਫ ਟਾਈਮ ਐਵੇਂ ਦੇ ਹੀ ਰਹੇ ਨੇ, ਉਹਨਾਂ ਨੂੰ ਹੋਰ ਕੋਈ ਥੋਟ ਅੱਛਾ ਲੱਗਿਆ ਹੀ ਨਹੀਂ, ਉਹਨਾਂ ਨੂੰ ਹੋਰ ਅਟਰੈਕਟ ਕੀਤਾ ਹੀ ਨਹੀਂ ਕੋਈ ਚੀਜ਼। ਉਹ ਇਸ ਲਈ ਇਹਨਾਂ ਚੀਜ਼ਾਂ 'ਚ ਹੀ ਰਹਿ ਗਏ, ਇਹਨਾਂ 'ਚ ਹੀ ਸਟਕ ਹੋ ਕੇ ਰਹਿ ਗਏ, ਅਤੇ ਉਹਨਾਂ ਦੀ ਲਾਈਫ ਇਸੇ ਚੀਜ਼ 'ਤੇ ਰਹਿ ਗਈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਕਿਸੇ ਬੰਦੇ ਨੂੰ ਬਰਗਰ ਸਵਾਦ ਲੱਗਦਾ, ਉਹਨੂੰ ਲਾਈਫ 'ਚ ਬਰਗਰ ਨਹੀਂ ਮਿਲਿਆ। ਉਹ ਬਰਗਰ ਦੇਖਦਾ ਸੀ, ਇੱਧਰੋਂ ਵੇਖਦਾ ਸੀ, ਆ ਅਮੀਰ ਲੋਕ ਖਾ ਰਹੇ ਆ ਬਰਗਰ, ਯਾਰ ਬਹੁਤ ਟੇਸਟੀ ਹੋਏਗਾ, ਬਹੁਤ ਟੇਸਟੀ ਹੋਏਗਾ। ਹੁਣ ਉਹ ਜਿਵੇਂ ਜਿਵੇਂ ਬੁੱਢਾ ਵੀ ਹੋ ਰਿਹਾ ਨਾ, ਦੰਦ ਵੀ ਲੱਥ ਗਏ, ਉਹਦੀ ਬਰਗਰ ਦੀ ਜਿਹੜੀ ਦਿਮਾਗ ਦੇ ਵਿੱਚ ਥੋਟ ਹੈ ਨਾ, ਉਹ ਜਾਊਗੇ ਨਹੀਂ। ਮੇਰੇ ਲਈ ਬਰਗਰ ਅਤੇ ਸੈਕਸ ਸੇਮ ਹੈ, ਕਿਉਂਕਿ ਡਿਜ਼ਾਇਰ ਹੈ, ਦੋਨੋਂ ਹੀ ਡਿਜ਼ਾਇਰਸ ਨੇ। ਉਹਦੇ ਦਿਮਾਗ 'ਚੋਂ ਵਾਸਨਾ ਇਸੇ ਲਈ ਨਹੀਂ ਹਟੀ ਕਿਉਂਕਿ ਉਹਨੇ ਉਸ ਚੀਜ਼ ਨੂੰ ਫੁੱਲਫਿਲ ਨਹੀਂ ਕੀਤਾ, ਜਾਂ ਉਹਨੇ ਉਸ ਚੀਜ਼ ਨੂੰ ਆਪਣੇ ਦਿਮਾਗ 'ਚ ਬਹੁਤ ਹੀ ਵੱਡਾ ਸਮਝ ਲਿਆ ਕਿ ਯਾਰ ਇਹ ਬਹੁਤ ਕੋਈ ਤਗੜੀ ਚੀਜ਼ ਹੈ। ਉਹ ਸਮਾਜ ਦਾ ਵੀ ਰੋਲ ਹੈਗਾ, ਸਮਾਜ ਦਾ ਵੀ ਇਹਦੇ ਵਿੱਚ ਰੋਲ ਹੈਗਾ। ਸਮਾਜ ਦੇ ਵਿੱਚ ਜਿਵੇਂ ਦੀ ਅੱਜ ਦੀ ਡੇਟ 'ਚ ਚੀਜ਼ਾਂ ਚੱਲਦੀਆਂ ਪਈਆਂ ਨਾ, ਉਹਦੇ ਨਾਲ ਵੀ ਅੱਜ ਦੇ ਤੁਸੀਂ ਵੱਡਿਆਂ ਦੀ ਗੱਲ ਕਰਦੇ ਹੋ, ਅੱਜ ਦੇ ਛੋਟੇ ਬੱਚਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਵਾਸਨਾ ਆ ਗਈ ਹੈ। ਉਹ ਸੁਸਾਇਟੀ ਗਲਤ ਡਾਇਰੈਕਸ਼ਨ 'ਚ ਵੀ ਜਾ ਰਹੀ ਹੈ ਉਸੇ ਕਰਕੇ। ਸੋ ਇਹ ਤੋਂ ਉੱਪਰ ਕਿੱਦਾਂ ਉੱਠਣਾ ਫਿਰ ਸੀ? ਮੈਡੀਟੇਸ਼ਨ ਕਰਕੇ? ਇਹਦੇ ਵਾਸਤੇ 3-4 ਟੈਕਨੀਕਸ ਨੇ। ਇੱਕ ਤਾਂ ਆਪਣੇ ਆਪ ਨੂੰ ਪਹਿਲਾਂ ਇਹ ਸਮਝੋ ਕਿ ਬਈ ਤੁਸੀਂ ਜਿਹੜੀ ਵੀ ਲਾਈਫ ਦੇ ਵਿੱਚ ਚੀਜ਼ ਚਾਹੁੰਦੇ ਹੋ ਮਿਲ ਸਕਦੀ ਹੈ।
ਜਦੋਂ ਆਪਾਂ ਨੂੰ ਇਹ ਸੈਟੀਸਫੈਕਸ਼ਨ ਹੁੰਦੀ ਹੈ ਨਾ ਕਿ ਯਾਰ ਉਹੀ 버ਗਰ ਦੀ ਐਗਜ਼ਾਮਪਲ ਕਿ ਮੈਨੂੰ 버ਗਰ ਮਿਲ ਸਕਦਾ ਯਾਰ, ਨਥਿੰਗ ਬਿਗ ਡੀਲ, ਦਿਮਾਗ 'ਚੋਂ ਘਟ ਗਈ ਨਾ ਵਾਸਨਾ। ਜਦੋਂ ਇਹ ਹੁੰਦਾ ਯਾਰ ਮਿਲ ਨਹੀਂ ਸਕਦੀ ਯਾਰ, ਇੰਨਿਆਂ ਲੋਕਾਂ ਨੂੰ ਖਾ ਰਹੇ, ਉਹ ਦਿਮਾਗ 'ਚ ਡਿਜ਼ਾਇਰ ਜ਼ਿਆਦਾ ਹੋ ਜਾਂਦੀ। ਵਾਸਨਾ ਨੂੰ ਘਟਾਉਣ ਲਈ ਸਿੰਪਲ ਜਿਹਾ ਕਨਸੈਪਟ ਹੈ ਕਿ ਯਾਰ ਉਹ ਮਿਲ ਸਕਦੀ ਹੈ, ਇਟਸ ਓਕੇ ਯਾਰ, ਰਿਲੈਕਸ ਵਾਲਾ ਮਾਈਂਡ ਕਰੋ। ਉਸ ਤੋਂ ਬਾਅਦ ਫਿਰ ਮੈਡੀਟੇਸ਼ਨ ਟੈਕਨੀਕ, ਮੰਤਰ ਉਚਾਰਨ, ਯੋਗਾ ਬਹੁਤ ਇੰਪੋਰਟੈਂਟ ਹੈ। ਅਗਰ ਤੁਸੀਂ ਯੋਗਾ ਕਰਦੇ ਹੋ ਨਾ, ਤੁਹਾਡੇ ਵਾਸਨਾ ਨਹੀਂ ਇੰਨੀ ਜਾਗ ਸਕਦੀ। ਉਹਦੇ ਵਿੱਚ ਮੂਲਧਾਰ ਬੰਦ ਦਾ ਇੱਕ ਕਨਸੈਪਟ ਹੁੰਦਾ ਹੈ। ਅਗਰ ਕਿਸੇ ਬੱਚਿਆਂ ਨੂੰ ਤੁਸੀਂ ਉਹ ਸਿਖਾ ਦਿੰਦੇ ਹੋ ਨਾ, ਤੁਹਾਡੀਆਂ ਜਿਹੜੀਆਂ ਮੈਂ ਉਹ ਚੱਕਰਾਂ ਦਾ ਕਨਸੈਪਟ ਦੱਸ ਰਿਹਾ ਸੀ, ਉਹ ਚੱਕਰਾਂ ਤੋਂ ਤੁਸੀਂ ਰੋਕ ਲਗਾ ਦਿੰਦੇ ਹੋ, ਉੱਥੇ ਸਾਹਾਂ ਨੂੰ ਰੋਕ ਲੈਂਦੇ ਹੋ, ਉੱਥੇ એનર્ਜੀ ਫਲੋ ਨਹੀਂ ਕਰਦੀ। ਇਸ ਲਈ ਫਿਰ ਉਹ એનર્ਜੀ ਜਦੋਂ ਉੱਪਰ ਫਲੋ ਕਰਦੀ ਹੈ ਨਾ, ਉਹਦੇ ਨਾਲ ਫਿਰ ਤੁਹਾਨੂੰ ਐਵੇਂ ਦੀਆਂ ਡਿਜ਼ਾਇਰਸ ਨਹੀਂ ਆਉਂਦੀਆਂ, ਜ਼ਿਆਦਾ ਸ਼ਾਂਤ ਹੋ ਜਾਂਦੇ ਤੁਸੀਂ। ਇਹ ਇੱਕ ਨਾਰਮਲ ਤੁਹਾਨੂੰ ਕਨਸੈਪਟ ਲੱਗਦਾ ਕਿ ਠੀਕ ਹੈ ਯਾਰ, ਇਹ ਵੀ ਕਰ ਲਾਂਗੇ, ਜਦੋਂ ਮਨ ਕੀਤਾ ਇਹ ਵੀ ਕਰ ਲਾਂਗੇ, ਪਰ ਇਹ ਇੱਕ ਇੰਪੋਰਟੈਂਟ ਚੀਜ਼ ਨਹੀਂ ਹੈ ਮੇਰੀ ਲਾਈਫ 'ਚ ਕਿ ਇਹੀ ਚੀਜ਼ ਰਹਿ ਗਈ। ਕਈ ਲੋਕਾਂ ਦੇ ਨੌਜਵਾਨਾਂ ਤੁਸੀਂ ਦੇਖੋਗੇ ਉਹਨਾਂ ਦੇ ਵਾਸਤੇ ਇੱਕੋ ਹੀ ਕਨਸੈਪਟ ਚੱਲਿਆ, ਉਹਨਾਂ ਨੂੰ ਲੱਗਦਾ ਜਿਹੜਾ ਪਲੇਜ਼ਰ ਸਾਨੂੰ ਇੰਟੀਮੇਸ਼ਨ 'ਚ ਮਿਲਣਾ, ਉਹ ਪਲੇਜ਼ਰ ਕਿਤੇ ਹੋਰ ਹੈ ਹੀ ਨਹੀਂ, ਉਹਨਾਂ ਨੂੰ ਆਨੰਦ ਇਸੇ ਚੀਜ਼ ਵਿੱਚ। ਇੱਕ ਵੈਸਟਰਨ ਮੈਨੂੰ ਯਾਦ ਹੈ, ਇੱਕ ਕਾਲਜ ਟਾਈਮ ਦੇ ਵਿੱਚ ਦੱਸਿਆ ਸੀਗਾ ਕਿਸੇ ਨੇ, ਇੱਕ ਵੈਸਟਰਨ ਰਾਈਟਰ ਹੈਗਾ, ਉਸ ਬੰਦੇ ਨੇ ਨਾ ਇੱਕ ਕਿਤਾਬ ਲਿਖੀ, ਵਾਟ ਪੀਪਲ ਥਿੰਕ ਅਪਾਰਟ ਫਰੋਮ ਸੈਕਸ। ਉਹਨੇ 315 ਪੇਜ ਦੀ ਉਹ ਬੁੱਕ ਲਿਖੀ ਤੇ 315 ਪੇਜ ਖਾਲੀ ਸੀਗੇ। ਮਤਲਬ ਹੋਰ ਕੋਈ ਸੋਚਦਾ ਹੀ ਨਹੀਂ ਕਈ ਲੋਕਾਂ ਨੂੰ। ਜੇ ਦਿਮਾਗ 'ਚ ਉਹੀ ਸੋਚ ਚੱਲੂਗੀ ਨਾ, ਤੁਸੀਂ ਇੱਕ ਬਹੁਤ ਹੀ ਵੱਡੇ ਗਹਿਣੇ ਨੂੰ ਖੋਤਾ ਕਿ ਤੁਹਾਡਾ ਦਿਮਾਗ ਦੇ ਵਿੱਚ ਇੰਨੀ ਵਧੀਆ ਕੌਨਸ਼ੀਅਸਨੈਸ ਸੀ, ਤੁਸੀਂ ਇਹਨੂੰ ਕਿੱਥੇ ਕਿੱਥੇ ਲੈ ਕੇ ਜਾ ਸਕਦੇ ਸੀਗੇ। ਮਤਲਬ ਪੂਰੇ ਬ੍ਰਹਮਾਂਡ ਦੀ ਸੈਰ ਕਰ ਸਕਦੇ ਸੀ ਤੁਸੀਂ, ਕਿਸੇ ਇੱਕ ਪਰਟੀਕੂਲਰ ਇੱਕ ਜਗ੍ਹਾ ਤੇ ਹੀ ਰਹਿ ਗਏ, ਬਸ ਇੰਨੇ ਕੁ ਸਿਸਟਮ। ਤੁਸੀਂ એનર્ਜੀ ਨੂੰ ਸੇਵ ਨਹੀਂ ਕੀਤਾ, ਜਿਵੇਂ ਸਵਾਮੀ ਵਿਵੇਕਾਨੰਦ ਜੀ ਨੂੰ ਪਤਾ 12 ਸਾਲ ਕਿੰਨੇ ਸਾਲ ਉਹ ਇੰਟੀਮੇਟ ਨਹੀਂ ਹੋਏ ਤੇ ਕਿਸੇ ਨਾਲ, ਤੇ ਉਹ ਕਿੰਨੇ ਜ਼ਿਆਦਾ ਅਵੇਕਨਿੰਗ ਹੋ ਗਈ ਤੇ ਉਹਨਾਂ ਦੀ। ਬਿਲਕੁਲ ਇਹ ਕਨਸੈਪਟ ਹੈਗਾ ਹਾਂਜੀ, ਕਿ ਜਿੰਨਾ ਅਸੀਂ ਆਪਣੀ એનર્ਜੀ ਨੂੰ, ਆਪਣੀ ਵੀਡੀਓ ਨੂੰ ਸੇਵ ਕਰਕੇ ਰੱਖਾਂਗੇ ਤੇ ਅਸੀਂ ਬਹੁਤ ਅਵੇਕਨਿੰਗ ਵੱਲ ਜਾ ਸਕਦੇ ਹਾਂ। 100% ਬਟ ਲੋਕਾਂ ਤੋਂ ਕੰਟਰੋਲ ਨਹੀਂ ਹੁੰਦਾ ਤੇ ਨਾਰਮਲ ਜੀਵਨ ਤਾਂ ਹੀ ਉਹ ਜੀ ਕੇ ਜਾਂਦੇ ਨੇ। ਤੇ ਇਹ ਵੀ ਗੱਲ ਹੈ, ਜਿੰਨਾ ਜ਼ਿਆਦਾ ਅਸੀਂ ਮੈਡੀਟੇਸ਼ਨ ਵੱਲ ਜਾਂਦੇ ਹਾਂ, ਅਵੇਕਨਿੰਗ ਵੱਲ ਜਾਂਦੇ ਹਾਂ, ਉਨਾ ਹੈ ਫਿਰ ਕਾਮ ਜ਼ਿਆਦਾ ਸਾਨੂੰ ਤੰਗ ਕਰਨ ਲੱਗ ਜਾਂਦਾ। ਨਹੀਂ, ਇਦਾਂ ਦਾ ਕੋਈ ਕਨਸੈਪਟ ਨਹੀਂ ਕਰਦਾ। ਓਕੇ, ਇਹ ਜੇ ਤੁਸੀਂ ਕਰੈਕਟ ਮੈਡੀਟੇਸ਼ਨ ਨਹੀਂ ਕਰ ਰਹੇ ਜਾਂ ਕਰੈਕਟ ਟੈਕਨੀਕਸ ਨਹੀਂ ਯੂਜ਼ ਕਰ ਰਹੇ, ਫਿਰ ਹੋ ਸਕਦਾ ਤੁਹਾਡੀ એનર્ਜੀਜ਼ ਡੈਵੀਏਟ ਕਰ ਦੇ। ਜਿਵੇਂ ਮੈਂ ਕੁੰਡਲਿਨੀ ਅਵੇਕਨਿੰਗ ਦੀ ਗੱਲ ਕਰ ਰਿਹਾ ਸੀਗਾ, ਚੱਕਰਾਸ ਦਾ ਕਨਸੈਪਟ ਕੁੰਡਲਿਨੀ ਅਵੇਕਨਿੰਗ ਦੇ ਨਾਲ ਹੀ ਹੈ। ਕੁੰਡਲਿਨੀ ਅਵੇਕਨਿੰਗ ਹਮੇਸ਼ਾ ਗੁਰੂ ਦੇ ਅੰਡਰ ਹੀ ਹੋ ਸਕਦੀ ਹੈ। ਅਗਰ ਤੁਸੀਂ ਉਹੀ ਜਿਹੜਾ ਆਪਾਂ ਰਾਮਾਇਣ ਦਾ ਸੈਕਿੰਡ ਐਪੀਸੋਡ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਕੁੰਡਲਿਨੀ ਅਵੇਕਨਿੰਗ ਤੁਸੀਂ ਗੁਰੂ ਦੇ ਬਿਨਾਂ ਨਹੀਂ ਕਰ ਸਕਦੇ। ਅਗਰ ਕਰੋਗੇ ਤਾਂ ਤੁਹਾਡੀਆਂ ਉਹੀ એનર્ਜੀਜ਼ ਤੁਹਾਡੇ ਖਿਲਾਫ ਹੋ ਜਾਣਗੀਆਂ, ਉਹੀ એનર્ਜੀਜ਼ ਤੁਹਾਨੂੰ ਇੱਕ ਭਟਕਿਆ ਹੋਇਆ ਸਾਧਕ ਬਣਾ ਦੇਣਗੇ। ਫਿਰ ਤੁਸੀਂ ਸਪਿਰਚੁਅਲ ਅਵੇਕਨਿੰਗ ਲਈ ਕੀ ਕੀਤਾ? ਮਤਲਬ ਬੁੱਕਸ ਰੀਡ ਕੀਤੀਆਂ, ਕਿਵੇਂ ਇਸ ਪਾਥ 'ਤੇ ਆਏ ਹੋ? ਮੈਂ ਜਿਵੇਂ ਤੁਹਾਨੂੰ ਦੱਸਿਆ, ਮੇਰੇ ਫਾਦਰ ਦੀ ਸਪਿਰਚੁਅਲ ਅਵੇਕਨਿੰਗ ਕਾਫੀ ਸਟਾਰਟਿੰਗ ਤੋਂ ਹੀ ਮੈਨੂੰ ਲੱਗਦਾ ਸੀ ਹੈਗੀ ਆ। ਉਹਨਾਂ ਦੀਆਂ ਗਾਈਡੈਂਸ, ਕੁਝ ਮੇਰੇ ਘਰ ਦਾ ਮਾਹੌਲ ਵੀ ਐਵੇਂ ਦਾ ਹੀ ਸੀਗਾ, ਬਹੁਤ ਹੀ ਇੱਕ ਜਿਵੇਂ ਕਹਿੰਦੇ ਨਾ ਰਿਲੈਕਸਡ ਮਾਹੌਲ, ਉਵੇਂ ਦਾ ਸੀਗਾ। ਫਾਦਰ ਸਿੱਖ ਬਟ ਮਦਰ ਹਿੰਦੂ ਸੀਗੇ, ਤੇ ਇੰਟਰਕਾਸਟ ਦਾ ਵੀ ਕੋਈ ਸਾਨੂੰ ਐਵੇਂ ਫਰਕ ਨਹੀਂ ਲੱਗਦਾ ਹੈਗਾ। ਐਂਡ ਉਸੇ ਕਰਕੇ ਮੇਰੇ ਦਿਮਾਗ ਦੇ ਵਿੱਚ ਵੀ ਨਾ ਐਵੇਂ ਦੀਆਂ ਚੀਜ਼ਾਂ ਹੀ ਰਹੀਆਂ ਕਿ ਸਪਿਰਿਚੁਅਲਿਟੀ ਅਲੱਗ ਹੈ, ਰਿਲੀਜਨ ਅਲੱਗ ਹੈ। ਰਿਲੀਜਨ ਇੱਕ ਤਰੀਕਾ ਦੱਸ ਰਿਹਾ ਤੁਹਾਨੂੰ, ਸਪਿਰਿਚੁਅਲਿਟੀ ਉਸ ਚੀਜ਼ ਨੂੰ ਤੁਹਾਨੂੰ ਐਕਸਪੀਰੀਅੰਸ ਕਰਵਾ ਰਹੀ ਹੈ ਐਕਚੁਅਲ 'ਚ। ਫੋਰ ਐਗਜ਼ਾਮਪਲ, ਉੱਥੇ ਮੈਨੂੰ ਕਨਸੈਪਟਸ ਪਤਾ ਲੱਗੇ, ਆਪਣੀ ਗੁਰਬਾਣੀ ਦੇ ਕਾਫੀ ਕਨਸੈਪਟਸ ਮੈਂ ਦਿਮਾਗ ਦੇ ਵਿੱਚ ਹਲੇ ਵੀ ਫੀਡ ਕਰਕੇ ਰੱਖਦਾ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਵੀ ਸਾਰਾ ਕੁਝ ਹੁੰਦਾ ਤਾਂ ਹੁਕਮ ਦੀ ਰਜ਼ਾ 'ਚ ਹੀ ਪਿਆ। ਹੁਣ ਮੈਨੂੰ ਇਹਦੀ ਰਜ਼ਾ 'ਚ ਅਗਰ ਰਹਿਣਾ ਸਿੱਖਣਾ ਤਾਂ ਮੈਂ ਬਸ ਇਹੀ ਬਿਲੀਵ ਕਰਨਾ ਕਿ ਸਭ ਕੁਝ ਉਹੀ ਕਰਨ ਵਾਲਾ, ਤੇ ਅਹੰਕਾਰ ਨਹੀਂ ਮੈਨੂੰ ਕੁਝ ਕਹੇਗਾ। ਨਾਲ ਹੀ ਜਦੋਂ ਮੈਂ ਕਨਸੈਪਟਸ ਮੈਨੀਫੈਸਟੇਸ਼ਨਸ ਦੇ ਪੜ੍ਹੇ, ਲਾਅ ਆਫ ਅਟਰੈਕਸ਼ਨ ਦੇ ਪੜ੍ਹੇ, ਫਿਰ ਮੈਂ ਕਿਹਾ ਯਾਰ ਜੇ ਹੁਕਮ ਦੀ ਰਜ਼ਾ 'ਚ ਹੀ ਰਹਿ ਰਹੇ ਹਾਂ ਤੇ ਲਾਅ ਆਫ ਅਟਰੈਕਸ਼ਨ ਤੇ ਮੈਨੀਫੈਸਟੇਸ਼ਨ ਕਿਵੇਂ ਵਰਕ ਕਰੇਗਾ? ਇਹ ਉਦੋਂ ਹੀ ਵਰਕ ਕਰ ਸਕਦਾ ਜਦੋਂ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਤੁਸੀਂ ਹੀ ਅੰਦਰੋਂ ਦੀ એનર્ਜੀ ਕ੍ਰੀਏਟਰਸ ਹੋ। ਤੁਹਾਡੇ ਅੰਦਰ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਹੈ। ਤੁਸੀਂ ਹੀ ਅਹਮ ਬ੍ਰਹਮਸਮੀ ਜਿਹੜਾ ਕਨਸੈਪਟ ਹੈ, ਜਤਵਮ ਪਿੰਡਮ ਤਤਵਮ ਬ੍ਰਹਮਣ, ਜਤਵਮ ਬ੍ਰਹਮਣ ਤਤਵਮ ਪਿੰਡਮ। ਇਹਦਾ ਕੀ ਕਨਸੈਪਟ ਦਾ ਮਤਲਬ ਹੈ ਕਿ ਜੋ ਬ੍ਰਹਮਾਂਡ ਦੇ ਵਿੱਚ ਹੈ ਉਹੀ ਤੁਹਾਡੇ ਸਰੀਰ ਦੇ ਅੰਦਰ ਹੈ, ਜੋ ਸਰੀਰ 'ਚ ਹੈ ਉਹੀ ਬ੍ਰਹਮਾਂਡ 'ਚ ਅੰਦਰ ਹੈ। ਇਹ ਸਾਰੇ ਕਨਸੈਪਟ ਜਦੋਂ ਕੋਰਿਲੇਟ ਹੋਏ ਤਾਂ ਫਿਰ ਤੁਹਾਨੂੰ ਜਿਹੜਾ ਸਾਹਮਣੇ ਮੈਂ ਦਿਖ ਰਿਹਾ ਉਹ ਬਣਿਆ। ਓਕੇ, ਤੁਸੀਂ ਹਨੂੰਮਾਨ ਚਾਲੀਸਾ ਦੀ ਵੀ ਗੱਲ ਕੀਤੀ ਕਿ ਤੁਹਾਡੇ ਪਾਪਾ ਦੀ ਸਾਈਡ ਕਰਦੇ ਹੁੰਦੇ ਸੀ, ਹੈ ਨਾ? ਤੇ ਹਨੂੰਮਾਨ ਚਾਲੀਸਾ ਵਿੱਚ ਕਿੰਨੀ ਕੁ ਪਾਵਰ ਹੈ? ਜਿਵੇਂ ਮੈਂ ਬ੍ਰਾਹਮਣਾਂ ਦੀ ਲੜਕੀ ਹਾਂ, ਹੈ ਨਾ, ਤੇ ਸਾਡੇ ਲਈ ਬਹੁਤ ਜ਼ਿਆਦਾ ਪਾਵਰਫੁਲ ਹੈ ਹਨੂੰਮਾਨ ਚਾਲੀਸਾ। ਤੇ ਤੁਸੀਂ ਥੋੜ੍ਹਾ ਸਿੱਖੀਜ਼ਮ ਨਾਲ ਵੀ ਬਿਲੋਂਗ ਕਰਦੇ ਹੋ, ਹੈ ਨਾ? ਤੇ ਤੁਸੀਂ ਹੁਣ ਵੀ ਡਿਸਾਈਡ ਕਰਦੇ ਹੋ ਹਨੂੰਮਾਨ ਚਾਲੀਸਾ, ਤੇ ਤੁਸੀਂ ਆਪਣੇ ਕਲਾਇੰਟਸ ਨੂੰ ਕਹਿੰਦੇ ਹੋ ਕਿ ਹਨੂੰਮਾਨ ਚਾਲੀਸਾ ਡਿਸਾਈਡ ਕਰਨਾ ਤੇ ਉਹ ਪਾਵਰਫੁਲ ਹੋਗਾ? ਪਾਵਰ ਕਦੀ ਵੀ
ਸਿੰਪਲੀ ਵਰਡਸ 'ਚ ਨਹੀਂ ਹੋ ਸਕਦੀ। ਪਾਵਰ ਹਮੇਸ਼ਾ ਤੁਹਾਡੇ ਫੇਥ ਦੇ ਨਾਲ ਆਉਂਦੀ ਹੈ। ਫੇਥ ਪਲੱਸ ਵਰਡਸ ਫਿਰ ਆਉਂਦੀ ਹੈ। ਅਗਰ ਵਿਦਾਊਟ ਫੇਥ ਕਰ ਰਹੇ ਨਾ ਕੋਈ, ਫਿਰ ਨਹੀਂ ਪਾਵਰ। ਚੌਪਾਈ ਸਾਹਿਬ ਦੇ ਵਿੱਚ ਵੀ ਤਾਕਤ ਹੈ, ਹਨੂੰਮਾਨ ਚਾਲੀਸਾ 'ਚ ਵੀ ਤਾਕਤ ਹੈ, ਓਮ ਨਮः ਸ਼ਿਵਾਏ ਦੇ ਉਚਾਰਨ 'ਚ ਵੀ ਤਾਕਤ ਹੈ, ਵਾਹਿਗੁਰੂ ਦੇ ਉਚਾਰਨ 'ਚ ਵੀ ਤਾਕਤ ਹੈ। ਤੁਸੀਂ ਕਰਨ ਵਾਲੇ ਬਣੋ, ਪਹਿਲਾਂ ਕਰਨ ਵਾਲੇ ਬਣੋ ਤੇ ਫੇਥ ਰੱਖ ਕੇ ਕਰੋ। ਲੋਕੀ ਇਹਨਾਂ ਵਿੱਚ ਬਸ ਰਹਿ ਜਾਂਦੇ ਨੇ ਕਿ ਨਹੀਂ ਆਹ ਨਾਮ ਵਧੀਆ, ਉਹ ਨਾਮ ਵਧੀਆ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕਰਨ ਵਾਲੇ ਬਣੋ ਤੇ ਜਦੋਂ ਕਰ ਦਿੰਦੇ ਹੋ ਨਾ, ਇਹ ਨਾਮ ਵੀ ਸ਼ਾਂਤ ਹੋ ਜਾਂਦੇ, ਅੰਦਰ ਸਿਰਫ ਸ਼ਾਂਤੀ ਹੈ, ਔਰ ਕੁਝ ਹੈ ਨਹੀਂ ਅੰਦਰ ਨਾਮ ਨਹੀਂ ਕੋਈ ਵੀ ਹੈਗਾ, ਅੰਦਰ ਸ਼ਾਂਤੀ ਹੀ ਹੈ ਬਸ। ਜੇਕਰ ਗੱਲ ਕਰੀਏ ਸਰ ਤੁਹਾਡੇ ਕਲਾਇੰਟਸ ਦੀ, ਹੈ ਨਾ, ਤੁਹਾਨੂੰ ਕਿਵੇਂ ਦੀਆਂ ਕਾਲਸ ਆਉਂਦੀਆਂ ਨੇ ਡੇਲੀ, ਡਿਫਰੈਂਟ ਤਰ੍ਹਾਂ ਦੇ ਟੱਕਰਦੇ ਹੋਣੇ, ਜਿਹੜੇ ਆਲਰੇਡੀ ਵੱਖ-ਵੱਖ ਜਗ੍ਹਾ ਤੇ ਧੱਕੇ ਵੀ ਖਾ ਚੁੱਕੇ ਹੋਣੇ, ਕਈਆਂ ਤੋਂ ਬਲਫ ਵੀ ਹੋ ਚੁੱਕੇ ਹੋਣੇ, ਸੋ ਕਿਵੇਂ ਉਹਨਾਂ ਦਾ ਟਰਸਟ ਬਣਾਉਂਦੇ ਹੋ ਤੁਸੀਂ? ਦੇਖੋ, ਟਰਸਟ ਤਾਂ ਮੈਂ ਕਦੇ ਵੀ ਨਹੀਂ ਕਿਸੇ ਦਾ ਬਣਾਉਂਦਾ। ਅਗਰ ਕਿਸੇ ਨੂੰ ਟਰਸਟ ਹੁੰਦਾ ਹੈ ਤੇ ਉਹ ਆਪੇ ਆ ਜਾਂਦਾ ਹੈ। ਟਰਸਟ ਕਰਾਉਣਾ ਪੈ ਜਾਏ ਫਿਰ ਉਹ ਟਰਸਟ ਕਾਹਦਾ ਹੋਇਆ। ਹਾਂਜੀ। ਕਾਲਸ ਹਰੇਕ ਟਾਈਪ ਦੇ ਹੀ ਆਉਂਦੇ ਨੇ। ਕੋਈ ਸੁਸਾਈਡ ਅਟੈਂਪਟਸ ਕਰਨ ਵਾਸਤੇ ਹੋਇਆ ਪਿਆ। ਹੁਣ ਜਿਵੇਂ 4-5 ਐਵੇਂ ਦੇ ਕੇਸ ਚੱਲਦੇ ਪਏ ਜਿਹੜੇ ਬਿਲਕੁਲ ਹੀ ਸੁਸਾਈਡ ਕਰਨ ਦੇ ਵਰਜ ਦੇ ਉੱਤੇ ਸੀਗੇ। 2-3 ਕਿਸੇ ਨੇ ਅਟੈਂਪਟ ਵੀ ਕੀਤੇ ਹੋਏ ਨੇ, ਉਹਨਾਂ ਨੂੰ ਹੀਲਿੰਗਸ ਦੇ ਕੇ ਆਪਾਂ ਠੀਕ ਕੀਤਾ। ਕ੍ਰਿਸਟਲਸ ਦੀਆਂ એનર્ਜੀਜ਼ ਨੂੰ ਉਹਨਾਂ ਨੇ ਤੱਕ ਪਹੁੰਚਾਇਆ। ਉਹਨਾਂ 'ਚ ਇੱਕ ਬੇਸਿਕਲੀ ਹੁੰਦਾ ਕਿ ਪ੍ਰਾਣ ਸ਼ਕਤੀ ਜਿਹੜੀ ਹੈ ਨਾ ਉਹ ਘਟ ਗਈ। ਆਪਣੇ ਨਾ ਜਿਵੇਂ 5 ਕੋਸ਼ ਹੁੰਦੇ ਨੇ, ਸਭ ਤੋਂ ਪਹਿਲਾਂ ਅੰਨਮਯ ਕੋਸ਼, ਫਿਰ ਪ੍ਰਾਣਮਯ ਕੋਸ਼, ਫਿਰ ਮਨੋਮਯ ਕੋਸ਼, ਫਿਰ ਵਿਗਿਆਨਮਯ ਕੋਸ਼ ਤੇ ਆਨੰਦਮਯ ਕੋਸ਼। ਜਿਹੜਾ ਪਹਿਲਾ ਕੋਸ਼ ਹੈ ਅੰਨਮਯ ਕੋਸ਼, ਉਹ ਹੈਗਾ ਵੈ ਜਿਹੜਾ ਆਪਾਂ ਸਰੀਰ 'ਚ ਖਾਣੇ ਪੀਂਦੇ ਹਾਂ। ਪ੍ਰਾਣਮਯ ਕੋਸ਼ ਹੁੰਦਾ ਜਿਹੜੀ ਆਪਾਂ ਚੱਕਰਾਸ ਦੀ ਗੱਲ ਕਰਦੇ ਹਾਂ ਜਾਂ ਸਾਹਾਂ ਦੀ ਗੱਲ ਕਰਦੇ ਹਾਂ, ਉਹ ਪ੍ਰਾਣ ਊਰਜਾ ਹੁੰਦੀ ਹੈ। ਜਿਹਦੀ ਪ੍ਰਾਣ ਊਰਜਾ ਘਟ ਜਾਂਦੀ ਹੈ ਨਾ, ਉਹ ਬੰਦੇ ਨੂੰ ਮਰਨ ਦਾ ਦਿਲ ਕਰਦਾ। ਉਹ ਕਹਿੰਦਾ ਯਾਰ ਸੁਸਾਈਡ ਕਰੋ, ਮੇਰਾ ਮਨ ਹੀ ਨਹੀਂ ਹੈਗਾ ਇਸ ਲਾਈਫ ਦੇ ਵਿੱਚ ਜੀਣ ਦਾ ਨਾ। ਉਹਦੀ ਪ੍ਰਾਣ ਊਰਜਾ ਘੱਟ ਹੋ ਗਈ। ਕਿਸੇ ਵੀ ਮਾਧਿਅਮ ਦੇ ਨਾਲ ਅਗਰ ਆਪਾਂ ਪ੍ਰਾਣ ਊਰਜਾ ਨੂੰ ਜਗਾ ਦਿੰਦੇ ਹਾਂ ਨਾ, ਉਹ ਸੁਸਾਈਡ ਨਹੀਂ ਕਰੇਗਾ, ਉਹਦੇ 'ਚ ਜੀਣ ਦੀ ਇੱਛਾ ਆ ਜਾਊਗੀ। ਆਪਾਂ ਇਹਨੂੰ ਚਾਈਨਾ ਦੇ ਵਿੱਚ ਕਹਿੰਦੇ ਚੀ, ਚਾਈਨਾ ਦਾ ਨਾਮ ਹੀ ਚਾਈਨਾ ਇਸ ਤੋਂ ਹੀ ਬਣਿਆ, CHI, ਚੀ ਐਨਰਜੀਜ਼ ਕਹਿੰਦੇ। ਇਵੇਂ ਦੇ ਕਾਲਸ ਜਿਹੜੇ ਆਉਂਦੇ ਨੇ ਮੇਰੇ ਲਈ ਪਹਿਲਾਂ ਸਟਾਰਟਿੰਗ ਦੇ ਵਿੱਚ ਥੋੜ੍ਹੇ ਜਿਹੇ ਮੈਨੂੰ ਲੱਗਦਾ ਸੀ, ਪਰ ਹੁਣ ਇੱਕ ਫਲੋ ਬਣ ਗਿਆ। ਹੁਣ ਮੈਨੂੰ ਵੀ ਸਮਝ ਆ ਗਿਆ ਕਿ ਇਹਨਾਂ ਨੂੰ ਕਿਵੇਂ ਠੀਕ ਕਰਨਾ ਹੈ। ਰੱਬ ਦੀ ਵੀ ਦਇਆ, ਠੀਕ ਹੋ ਹੀ ਜਾਂਦੇ ਨੇ ਸਾਰੇ, 100% ਹੀ ਠੀਕ ਕਰ ਦਿੰਦੇ ਆ। ਅਤੇ ਬਸ ਇਵੇਂ ਦੇ ਸੁਸਾਈਡ ਵਾਲੇ ਆਉਂਦੇ ਨੇ, ਜ਼ਿਆਦਾਤਰ ਰਿਲੇਸ਼ਨਸ਼ਿਪਸ ਵਾਲੇ ਆਉਣਗੇ, ਮਨੀ ਦੇ ਰਿਲੇਟਿਡ ਆਉਣਗੇ। ਰਿਲੇਸ਼ਨਸ਼ਿਪਸ ਦਾ ਲਵ ਗੁਰੂ ਬਣਾ ਲਿਆ ਇਹਨਾਂ ਨੇ ਮੈਨੂੰ। ਤਾਂ ਮਨੀ ਰਿਲੇਟਿਡ ਇਸ਼ੂਜ਼ ਆਉਣਗੇ, ਜਾਂ ਪਾਸਟ ਦੇ ਅੰਦਰ ਬਹੁਤ ਸਟਕ ਨੇ ਕਈ ਥਾਟਸ ਕਿ ਪਾਸਟ ਦੇ ਇਸ਼ੂਜ਼ ਨੇ। ਕੋਈ ਦਿਮਾਗ 'ਚ ਚੱਲਦਾ ਪਿਆ ਕਿਸੇ ਦਾ ਡਿਵੋਰਸ ਹੋ ਗਿਆ ਬਟ ਫਿਰ ਵੀ ਓਵਰਕਮ ਨਹੀਂ ਕਰ ਪਾ ਰਿਹਾ, ਨਵਾਂ ਰਿਲੇਸ਼ਨ ਨਹੀਂ ਹੁੰਦਾ ਬਣ ਪਾ ਰਿਹਾ, ਡਿਵੋਰਸ ਹੋ ਚੁੱਕਾ, ਨਵਾਂ ਰਿਲੇਸ਼ਨ ਨਹੀਂ ਬਣ ਪਾ ਰਿਹਾ। ਉਹ ਵੀ ਸਾਰੇ ਕਨਸੈਪਟਸ ਉਸੇ ਚੀਜ਼ ਦੇ ਉੱਤੇ ਨੇ ਕਿ ਤੁਸੀਂ ਪਾਸਟ ਦੀ ਕਲੀਨਿੰਗ ਨਹੀਂ ਕੀਤੀ ਹੋਈ। ਉਹ ਬੰਦਾ ਤਾਂ ਚਲਾ ਗਿਆ ਪਰ ਹੱਲੇ ਵੀ ਤੁਹਾਡੇ ਦਿਮਾਗ 'ਚ ਵਿਚਾਰ ਉਹਦੇ ਰਹਿ ਗਏ। ਉਹ ਵਿਚਾਰਾਂ ਨੂੰ ਸਾਫ਼ ਕਰਨ ਲਈ ਕੋਈ ਟੈਕਨੀਕਸ ਚਾਹੀਦੀਆਂ, ਉਹ ਸਾਫ਼ ਕਰੋਗੇ ਤਾਂ ਹੀ ਨਵਾਂ ਕੁਝ ਆਏਗਾ ਅੰਦਰ। ਇਵੇਂ ਦੇ ਸਾਰੇ ਕਾਲਸ ਆਉਂਦੇ ਨੇ ਆਪਾਂ ਨੂੰ। ਤਾਂ ਜਿਵੇਂ ਤੁਹਾਡੀ ਫੀਸ ਹੈ ਮਤਲਬ 400 ਜਾਂ ਅਸੀਂ 500 ਰੱਖ ਲੈਂਦੇ ਆ, ਹੈ ਨਾ, ਉਹ ਤੁਹਾਡੇ ਨਾਲ ਕਾਲ ਟਾਕ ਕਰਦੀ ਹੈ। ਫਿਰ ਤੁਹਾਡੇ ਕ੍ਰਿਸਟਲਸ ਵਗੈਰਾ ਇਹਨਾਂ ਦਾ ਕਿੰਨਾ ਕੁ ਪ੍ਰਾਈਸ ਹੁੰਦਾ ਹੈ? ਮਤਲਬ ਉਹਨਾਂ ਨੂੰ ਰੀਜ਼ਨੇਬਲ ਲੱਗਦਾ ਜਾਂ ਉਹਨਾਂ ਨੂੰ ਲੱਗਦਾ ਕਿ ਹਾਂ ਪਾਰਸ ਬਾਬਾ ਵੀ ਹੋਰ ਐਸਟਰੋ ਮੰਗੋ ਸਾਨੂੰ ਬਲਫ ਕਰ ਰਹੇ ਆ? ਡਿਪੈਂਡ ਕਰਦਾ। ਦੇਖੋ, ਇਹ ਹੁੰਦਾ ਕਿ એનર્ਜੀ ਦਾ ਵਰਕ ਹੈ। ਓਕੇ। ਜੇ ਕਿਸੇ ਪਰਸਨ ਨੂੰ એનર્ਜੀ ਐਕਸਚੇਂਜ ਦੇ ਵਿੱਚ ਬਿਲੀਫ ਹੈਗਾ ਨਾ, ਉਹ ਤਾਂ ਇਹ ਨਹੀਂ ਕਹੂਗਾ। ਹਾਂਜੀ। ਉਹ ਤਾਂ ਇਹ ਨਹੀਂ ਕਹੂਗਾ ਕਿ ਬਈ ਇਹ ਬਲਫ ਹੈ ਜਾਂ ਕੁਛ ਹੈ, ਕਿਉਂਕਿ એનર્ਜੀਜ਼ ਫੀਲ ਤਾਂ ਹੋਣੀਆਂ ਹੀ ਹੋਣੀਆਂ ਬਾਅਦ 'ਚੋਂ। ਉਹ ਤਾਂ 100% ਹੀ ਹੈ ਨਾ। ਉਹ ਤਾਂ ਮੈਂ ਨਹੀਂ એનર્ਜੀਜ਼ ਪਾ ਰਿਹਾ, ਉਹ ਤਾਂ ਖੁਦਾ ਪਾ ਰਿਹਾ ਨਾ ਉਹਦੇ ਵਿੱਚ। ਖੁਦਾ ਤੇ ਮੈਂ ਵਿਸ਼ਵਾਸ ਰੱਖ ਕੇ ਉਹਨਾਂ ਵਿੱਚ ਪਾ ਰਿਹਾ। ਟੈਕਨੀਕਸ ਨੇ, ਮੈਂ ਵੀ ਕੋਈ ਕ੍ਰੀਏਟਰ ਤਾਂ ਹੈ ਨਹੀਂ એનર્ਜੀਜ਼ ਦਾ, ਮੈਂ ਤਾਂ ਜਸਟ ਚੈਨਲਾਈਜ਼ ਕਰ ਰਿਹਾ ਨਾ। ਮੇਰੇ ਕੋਲ ਜਿਹੜੀਆਂ ਸਹਸਤਰਾ ਚੱਕਰਾਂ ਦੇ ਵਿੱਚ એનર્ਜੀਜ਼ ਆਉਂਦੀਆਂ, ਮੈਂ ਹੈਂਡਸ ਦੇ ਵਿੱਚੋਂ ਰੇਕੀ ਦੇ ਥਰੂ ਉਸ ਕ੍ਰਿਸਟਲਸ ਨੂੰ એનર્ਜਾਈਜ਼ ਕਰਾ ਦੇਣਾ ਤੇ ਕੰਮ ਹੋ ਜਾਂਦੇ ਲੋਕਾਂ ਦੇ। ਪਰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਜੇਕਰ ਗੱਲ ਕਰੀਏ ਉਹਨਾਂ ਐਸਟਰੋ ਦੀ, ਜਿਹੜੇ ਐਸਟਰੋ ਪਹਿਲਾਂ ਆਪਣੇ ਲਈ ਉਹਨਾਂ ਨੇ ਫੀਸ ਲੈਣੀ ਟਾਕ ਕਰਨ ਦੀ, ਕਾਲ ਕਰਨ ਦੀ, ਜਿਵੇਂ ਅੱਜ ਕੱਲ੍ਹ ਇੰਸਟਾ 'ਤੇ ਬਹੁਤ ਜ਼ਿਆਦਾ ਐਸਟਰੋ ਸਾਨੂੰ ਦੇਖਣ ਨੂੰ ਮਿਲਦੇ, ਈਵਨ ਇੰਗਲੈਂਡ, UK, ਅਮਰੀਕਾ, ਹੈ ਨਾ, ਅਤੇ ਕਾਲ 'ਤੇ ਕਹਿੰਦੇ ਵੀਡੀਓ ਕਾਲ 'ਤੇ ਤੁਹਾਡਾ ਪਾਠ ਕਰ ਦਾਂਗੇ ਮਿੰਟ 'ਚ 5000, 15000, 20000 ਐਵੇਂ ਤੁਹਾਨੂੰ ਕਹਿ ਦਿੰਦੇ ਨੇ। ਮਤਲਬ ਥੋੜ੍ਹਾ ਉਹ ਹਿਪਨੋਟਾਈਜ਼ ਵੀ ਕਰ ਲੈਂਦੇ ਆਪਣੇ ਕਲਾਇੰਟਸ ਨੂੰ, ਹੈ ਨਾ। ਅਤੇ ਇੰਨੇ ਜ਼ਿਆਦਾ ਰੇਟ ਮਤਲਬ ਵੀਡੀਓ ਕਾਲ 'ਤੇ ਵੀ ਪਾਠ ਹੋ ਜਾਂਦੇ ਕਿਆ? ਪਾਠ ਤੁਸੀਂ ਬਿਨਾਂ ਵੀਡੀਓ ਕਾਲ ਤੋਂ ਵੀ ਕਰ ਸਕਦੇ ਹੋ। ਮੈਂ ਤੁਹਾਡੇ ਲਈ ਇਸ ਟਾਈਮ ਵੀ ਪਾਠ ਕਰ ਸਕਦਾ, ਤੁਹਾਡੇ ਨਾਲ ਗੱਲ ਕਰਦੇ ਕਰਦੇ ਵੀ ਕਰ ਸਕਦਾ। ਪਾਠ ਦਾ ਮਤਲਬ ਸਮਝੋ, ਪੋਜ਼ਿਟਿਵ ਇੰਟੈਂਸ਼ਨਸ ਕਿਸੇ ਪਰਸਨ ਵਾਸਤੇ ਸੈਂਡ ਕਰਨਾ। ਕਿਸੇ ਆਪਾਂ ਕਹਿੰਦੇ ਨਾ ਕਿਸੇ ਦੀ ਬੁਰੀ ਨੀਤ ਪੈ ਗਈ, ਉਹ ਸਾਨੂੰ ਆ ਕੇ ਕੋਈ ਗਾਲਾਂ ਥੋੜ੍ਹਾ ਨਾ ਕੱਢ ਰਿਹਾ, ਉਹਨੇ ਐਂ ਦੇਖਣਾ ਹੀ ਆ ਤੁਹਾਨੂੰ, ਬਸ ਉਹਦੀ ਨੀਤ ਪੈ ਗਈ। ਉਹ ਕੀ ਹੈ? ਉਹ ਨੈਗੇਟਿਵ એનર્ਜੀਜ਼ ਐਕਸਚੇਂਜ ਹੋਇਆ ਨਾ। ਇਵੇਂ ਪੋਜ਼ਿਟਿਵ ਦਾ ਵੀ ਤਾਂ ਹੋ ਹੀ ਸਕਦਾ। ਜੇ ਨੈਗੇਟਿਵ ਦਾ ਇੱਦਾਂ ਹੋ ਸਕਦਾ, ਪੋਜ਼ਿਟਿਵ ਦਾ ਵੀ ਹੋ ਸਕਦਾ ਨਾ। ਆਸ਼ੀਰਵਾਦ ਦਾ ਕਿਉਂ ਕਨਸੈਪਟ ਬਣਦਾ ਆਪਣੇ ਮਤਲਬ ਸਮਾਜ ਦੇ ਵਿੱਚ ਤਾਂ ਬਹੁਤ ਹੀ ਕਨਸੈਪਟ ਹੈ ਨਾ ਆਸ਼ੀਰਵਾਦ ਦਾ। ਬਜ਼ੁਰਗਾਂ ਤੋਂ ਆਸ਼ੀਰਵਾਦ ਲਓ। ਬਜ਼ੁਰਗਾਂ ਤੋਂ ਕਿਉਂ ਆਸ਼ੀਰਵਾਦ ਮਿਲਦਾ? ਬੱਚੇ ਤੋਂ ਕਿਉਂ ਨਹੀਂ ਮਿਲਦਾ? ਕਦੇ ਸਵਾਲ ਆਇਆ ਇਹ?
ਬਜ਼ੁਰਗਾਂ ਦੀਆਂ ਡਿਜ਼ਾਇਰਸ ਖਤਮ ਹੋ ਚੁੱਕੀਆਂ ਹੁੰਦੀਆਂ। ਜਿੰਦੀ ਡਿਜ਼ਾਇਰਸ ਖਤਮ ਹੋ ਗਈ ਹੈ ਨਾ, ਉਹੀ ਤੁਹਾਨੂੰ ਬਲੈਸ ਕਰ ਸਕਦਾ। ਉਹਨੇ ਆਪਣੀ ਲਾਈਫ ਜੀ ਲਈ ਹੈ। ਜਿਹੜਾ ਬਜ਼ੁਰਗ ਵੀ ਡਿਜ਼ਾਇਰਸ ਨਾਲ ਭਰਿਆ ਹੋਇਆ ਨਾ, ਉਹਦੀ ਦੁਆ ਵੀ ਨਹੀਂ ਲੱਗ ਸਕਦੀ। ਦੁਆ ਉਹਦੀ ਹੀ ਲੱਗ ਸਕਦੀ ਹੈ ਜਿਹਨੇ ਆਪਣੀਆਂ ਡਿਜ਼ਾਇਰਸ ਮਾਰ ਲੀਆਂ। ਤੇ ਇਹ ਇੱਕ ਇੰਟੈਂਸ਼ਨਸ ਨੂੰ ਚੈਨਲਾਈਜ਼ ਕਰਨ ਦਾ ਹੈ। ਜਿਹੜਾ ਤਾਂ ਐਸਟਰੋ ਪਾਠ ਕਰਦੇ ਹੋਏ ਆਪਣੇ ਪੈਸੇ ਵਾਸਤੇ ਇੰਟਰਸਟਿਡ ਹੈ ਨਾ, ਉਹ ਤਾਂ ਹੋ ਜਾਏਗਾ ਫਰਾਡ। ਤੇ ਜਿੰਦੀਆਂ ਪਰਸਨਲ ਡਿਜ਼ਾਇਰਸ ਖਤਮ ਹੋ ਗਈਆਂ ਤੇ ਉਹ ਖੁਦ ਵੀ ਮੈਡੀਟੇਟਿਵ ਹੈਗਾ ਵੈ, ਉਸ ਪਰਸਨ ਦੀਆਂ ਬਲੇਸਿੰਗਸ ਲੱਗ ਜਾਣਗੀਆਂ। ਏਜ ਦਾ ਉਹਦੇ 'ਚ ਕੋਈ ਕਨਸੈਪਟ ਨਹੀਂ ਰਹੇਗਾ। ਫਿਰ ਇੰਨੇ ਪੈਸੇ ਮੰਗੂਗਾ ਹੀ ਨਹੀਂ ਪਾਠ ਕਰਨ ਦੇ। ਪਾਠ ਕਰਨ ਦੇ ਪੈਸੇ ਇਸ ਲਈ ਮੰਗੂਗਾ ਕਿਉਂਕਿ એનર્ਜੀ ਐਕਸਚੇਂਜ ਵੀ ਰਿਕੁਆਇਰਡ ਹੈ। ਸਾਹਮਣੇ ਵਾਲੇ ਨੂੰ ਵੈਲਿਊ ਨਹੀਂ ਪਊਗੀ ਉਸ ਚੀਜ਼ ਦੀ। ਫ੍ਰੀ ਦੇ ਵਿੱਚ ਕਿਸੇ ਨੂੰ ਵੀ ਵੈਲਿਊ ਨਹੀਂ ਪੈਂਦੀ। ਸ਼ੁੱਡ ਬੀ ਰੀਜ਼ਨੇਬਲ ਪ੍ਰਾਈਸ ਨਾ। ਅੱਜ ਕੱਲ੍ਹ ਲੋਕ, ਜਿਵੇਂ ਮੈਂ ਆਪਣੀ ਐਗਜ਼ਾਮਪਲ ਦਿੰਦੀ ਆ, ਹੈ ਨਾ, ਆਈ ਐਮ 33 ਇਅਰਸ 올ਡ ਤੇ ਮੇਰਾ ਵਿਆਹ ਨਹੀਂ ਹੁੰਦਾ, ਹੈ ਨਾ, ਤੇ ਇੱਕ ਪੰਡਤ ਨੂੰ ਅਸੀਂ ਕਾਲ ਕਰਤੀ, ਉਹ ਕਹਿੰਦੇ ਕਿ ਤੁਹਾਡੇ ਸੰਜੋਗ ਬੰਨੇ ਆ, ਤੁਸੀਂ ਖਲਵਾਣੇ। ਮੈਂ ਕਿ ਕਿੰਨੇ ਪੈਸੇ ਲੱਗਣੇ? ਕਹਿੰਦਾ 15,000 ਲੱਗਣਾ। ਤਾਂ ਫਿਰ ਬੰਦੇ ਨੂੰ ਹੁੰਦਾ ਅੱਛਾ ਹੋਰ ਕੁਝ। ਐਦਾਂ ਹੁੰਦਾ ਕਿ ਸਾਰੀਆਂ ਚੀਜ਼ਾਂ ਜਿਹੜੇ ਇਹ ਕਰ ਰਹੇ ਨਾ, ਉਹ ਤੁਸੀਂ ਵੀ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਇਸ ਪਾਥ ਨੂੰ ਐਕਸਪਲੇਨ ਕਰਨ ਵਾਲਾ ਮਿਲ ਜਾਏ ਨਾ, ਤੁਸੀਂ ਉਸ ਚੀਜ਼ ਨੂੰ ਜ਼ਿਆਦਾ ਪ੍ਰੈਫਰ ਕਰੋ। ਤੁਸੀਂ ਉਹ ਨਾ ਸਮਝੋ ਵੀ ਮੈਨੂੰ ਕੋਈ ਘੜੇ ਤੋਂ ਪਾਣੀ ਭਰ ਕੇ ਲਿਆ ਦੇ, ਤੁਹਾਨੂੰ ਉਹ ਆਪਣੇ ਜਿਹੜਾ ਕੂਏ ਤੋਂ ਪਾਣੀ ਭਰ ਕੇ ਤੁਹਾਨੂੰ ਕੋਈ ਲਿਆ ਦੇ, ਤੁਹਾਨੂੰ ਕੋਈ ਕੂਏ ਦਾ ਰਸਤਾ ਵਿਖਾ ਦੇ ਨਾ, ਉਹਦੇ ਵੱਲ ਜ਼ਿਆਦਾ ਜਾਓ। ਮੈਂ ਬੇਸਿਕਲੀ ਇਹੀ ਕੰਮ ਕਰਦਾ ਵੀ ਕੂਏ ਦਾ ਰਸਤਾ ਦਿਖਾ ਦਿੰਦਾ, ਚੱਲਣ ਵਿੱਚ ਉਹਨਾਂ ਨੂੰ ਹੈਲਪ ਕਰਦਾ, ਕਈਆਂ ਨੂੰ ਉਂਗਲ ਫੜ ਕੇ ਵੀ ਉੱਥੇ ਤੱਕ ਲੈ ਕੇ ਜਾਂਦਾ। ਉਸ ਤੋਂ ਬਾਅਦ ਉਹਨੂੰ ਸਾਰਾ ਕੁਝ ਹੀ ਮਿਲ ਜਾਂਦਾ। ਇਹ ਛੋਟੀਆਂ ਮੋਟੀਆਂ ਫਿਰ ਚੀਜ਼ਾਂ ਨਹੀਂ ਰਹਿੰਦੀਆਂ ਵੀ ਤੁਹਾਡਾ ਵਿਆਹ ਨਹੀਂ ਹੋ ਰਿਹਾ ਜਾਂ ਪੈਸੇ ਦੀ ਤੰਗੀ ਆ ਗਈ ਜਾਂ ਕਿਸੇ ਹੋਰ ਚੀਜ਼ ਦੀ ਤੰਗੀ ਆ ਗਈ, ਉਹ ਨਹੀਂ ਫਿਰ ਰਹਿੰਦਾ ਕਨਸੈਪਟ। ਉਹਨੂੰ ਜਦੋਂ ਉਹਦਾ ਰਸਤਾ ਮਿਲ ਗਿਆ ਨਾ ਵੀ ਕਿਵੇਂ ਮੈਂ ਆਪਣੀ ਲਾਈਫ 'ਚ ਕਈ ਚੀਜ਼ਾਂ ਨੂੰ ਅਟਰੈਕਟ ਕਰ ਸਕਦਾ, ਪਾਵਰ ਆਫ ਮੈਨੀਫੈਸਟੇਸ਼ਨ ਦਾ ਕਨਸੈਪਟ ਸਮਝ ਆ ਗਿਆ। ਰੱਬ ਦੇ ਨਾਲ ਕਿਵੇਂ ਇੱਕ ਹੋਣਾ ਤੇ ਕਿਵੇਂ ਚੀਜ਼ਾਂ ਮੰਗਣੀਆਂ। ਪ੍ਰੇਅਰ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਨਾ, ਅਰਦਾਸ ਕਰਨ ਦਾ ਵੀ ਇੱਕ ਤਰੀਕਾ ਹੁੰਦਾ। ਸ਼ੁਕਰਾਨੇ ਤੋਂ ਸ਼ੁਰੂਆਤ ਹੁੰਦੀ ਉਹਦੀ। ਜੇ ਤੁਹਾਡੇ ਕੋਲ ਜਿਹੜੀਆਂ ਇਸ ਟਾਈਮ ਚੀਜ਼ਾਂ ਹੈਗੀਆਂ, ਜੇ ਤੁਸੀਂ ਉਹਨਾਂ ਦਾ ਸ਼ੁਕਰ ਨਹੀਂ ਕਰਦੇ ਪਏ ਨਾ, ਫਿਰ ਤੁਹਾਨੂੰ ਨਵੀਆਂ ਚੀਜ਼ਾਂ ਦਾ ਵੀ ਤੁਹਾਨੂੰ ਕੋਈ ਮਿਲਣ ਦਾ ਅਸਾਰ ਨਹੀਂ ਲੱਗੇਗਾ। ਸ਼ੁਕਰ ਕਰਕੇ ਹੀ ਅੱਗੇ ਵਧਿਆ ਜਾ ਸਕਦਾ। ਗ੍ਰੈਟੀਟਿਊਡ, ਫਿਰ ਤੁਹਾਡੇ ਨਾਲ ਅੱਗੇ ਚੀਜ਼ਾਂ ਵੱਧਦੀਆਂ ਵੀ ਜੋ ਵੀ ਤੁਸੀਂ ਚਾਹੁੰਦੇ ਹੋ ਲਾਈਫ 'ਚ ਅਟਰੈਕਟ ਕਰ ਸਕਦੇ ਹੋ। ਤਰੀਕਾ ਹੈ, ਥੋੜ੍ਹਾ ਜਿਹਾ ਟੈਕਨੀਕਸ ਨੇ। ਸੋ ਬਹੁਤ ਗੱਲਾਂ ਬਾਤਾਂ ਹੋਈਆਂ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਟਾਕ ਕਰਕੇ। ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਪਿਰਿਚੁਅਲ ਅਵੇਕਨਿੰਗ ਲਈ? ਇੱਕ ਵਾਰ ਫੈਮਿਲੀ ਵੱਲ ਦੇਖ ਕੇ ਤੁਸੀਂ ਮੈਸੇਜ ਕਰ ਦਿਓ। ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਿਹੜਾ ਮੈਡੀਟੇਸ਼ਨ ਹੈ ਨਾ, ਉਹਦਾ ਕਨਸੈਪਟ ਆਪਾਂ ਆਪਣੀ ਲਾਈਫ 'ਚ ਜ਼ਰੂਰ ਉਤਾਰੀਏ ਅਤੇ ਆਪਣੀ ਐਨਰਜੀਜ਼ ਨੂੰ ਕਿਵੇਂ ਬੈਲੈਂਸ ਰੱਖ ਸਕਦੇ ਹਾਂ, ਇਹਨਾਂ ਨੂੰ ਸਮਝੀਏ। ਚੱਕਰਾਸ ਦਾ ਕਨਸੈਪਟ ਪੜ੍ਹੋ, ਕੀ ਹੁੰਦੇ ਨੇ, ਮੈਡੀਟੇਸ਼ਨਸ ਕਰੋ, ਆਪਣੀ ਗੁਰਬਾਣੀ ਨੂੰ ਸਿੰਪਲੀ ਰਿਸਾਈਟ ਨਾ ਕਰੋ, ਉਹਨੂੰ ਸਮਝੋ ਅਤੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਵੀ ਕਰੋ। ਥੈਂਕ ਯੂ ਸੋ ਮਚ ਸਰ, ਤੁਸੀਂ ਆਪਣੀ ਕੀਮਤੀ ਵਕਤ ਸਾਨੂੰ ਦਿੱਤਾ। ਸੋ ਬਹੁਤ ਚੰਗਾ ਲੱਗਿਆ ਜੀ ਸਾਨੂੰ ਪਾਰਸ ਬਾਬਾ ਨਾਲ ਗੱਲ ਕਰਕੇ, ਜਿਨ੍ਹਾਂ ਨੇ ਸਾਨੂੰ ਸਪਿਰਿਚੁਅਲ ਅਵੇਕਨਿੰਗ ਵਾਸਤੇ ਦੱਸਿਆ। ਐਜ਼ ਆਈ ਆਲਰੇਡੀ ਟੋਲਡ ਯੂ ਬਿਫੋਰ ਕਿ ਰੀਅਲ ਮੋਟਿਵ ਇਨਲਾਈਟਨਮੈਂਟ ਹੈ। ਸੋ ਪਲੀਜ਼ ਮੋਕਸ਼ ਦੀ ਤਿਆਰੀ ਕਰ ਲਓ, ਨਾਲ ਕੁਝ ਵੀ ਨਹੀਂ ਜਾਣਾ। ਮੈਂ ਰਾਧਿਕਾ ਸ਼ਰਮਾ, ਪੰਜਾਬ 24 ਦੇ ਨਾਲ।